ट्रक जिद्दां दा भी चलाउने हो, मैनुअल या ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 in Napani. Quick Truck Lube, the one-stop shop. 5196220660 या quicktrucklube.com. QTL, because we care. Quick Truck Lube. ਸ਼ਮਾਦਾਨ ਪ੍ਰੋਗਰਾਮ ਸ਼ਮਾਦਾਨ 'ਚ ਮੇਰੇ ਵੱਲੋਂ ਯਾਨੀ ਕਿ ਦਲਬੀਰ ਬਰਾੜ ਵੱਲੋਂ ਆਪ ਸਭ ਦਾ ਸਵਾਗਤ ਹੈ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਸ਼ੁੱਕਰਵਾਰ ਮਾਰਚ ਮਹੀਨੇ ਦੀ 11 ਤਰੀਕ ਹੈ ਜੀ। ਸਮਾਂ ਰੇਡੀਓ ਪੰਜਾਬ ਟੂਡੇ ਦੇ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 6:31 ਦਾ ਜੀ। ਤੁਸੀਂ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਵਿੱਚ ਮੇਰੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ ਜੀ। ਇਹ ਪ੍ਰੋਗਰਾਮ ਸ਼ਮਾਦਾਨ ਸੋਮਵਾਰ ਤੋਂ ਸ਼ੁੱਕਰਵਾਰ ਹਰ ਹਫਤੇ ਦੇ 5 ਦਿਨ ਪ੍ਰਸਾਰਿਤ ਕੀਤਾ ਜਾਂਦਾ। ਪ੍ਰੋਗਰਾਮ ਦੇ ਵਿੱਚ ਅਸੀਂ ਉਹ ਚੋਣਵੀਆਂ ਖਬਰਾਂ ਦੇ ਉੱਤੇ ਟੀਕਾ ਟਿੱਪਣੀ ਅਤੇ ਨਾਲ ਵਿਚਾਰ ਕਰਦੇ ਹਾਂ। ਅਤੇ ਅੱਜ ਪਹਿਲਾ ਦਿਨ ਆ, ਭਾਵੇਂ ਸਰਕਾਰ ਨੇ ਸਹੁੰ ਚੁੱਕਣੀ ਆਉਣ ਵਾਲੇ ਦਿਨਾਂ ਦੇ ਵਿੱਚ, ਪਰ ਮੁੱਖ ਮੰਤਰੀ ਦਾ ਅਹੁਦਾ ਜਨਾਬ ਭਗਵੰਤ ਮਾਨ ਹੋਰਾਂ ਦੇ ਹਿੱਸੇ ਆਇਆ ਅਤੇ ਹੋਰ ਬਹੁਤ ਸਾਰੇ ਆਪਣਾ ਭਵਿੱਖ ਅਜ਼ਮਾਉਣ ਲਈ ਜਿਨ੍ਹਾਂ ਨੇ ਰਾਜਨੀਤੀ ਨੂੰ ਚੁਣਿਆ, ਉਹਨਾਂ ਦੇ ਵਿੱਚ ਵੀ ਕੀ ਮਿਲਿਆ, ਉਹਨਾਂ ਨੂੰ ਕੀ ਖੋਇਆ ਅਤੇ ਕੀ ਪਾਇਆ, ਕਿਹੋ ਜਿਹੀ ਸਥਿਤੀ ਰਹੀ ਹੈ, ਇਹ ਬਿਲਕੁਲ ਸਾਫ਼ ਹੋ ਗਿਆ। ਇਸੇ ਤਰ੍ਹਾਂ ਕਿਹੜੀ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਕਿੱਧਰ ਨੂੰ ਜਾਏਗੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਜੋ ਲੋਕਾਂ ਨੇ ਉਮੀਦਾਂ ਲਾ ਰੱਖੀਆਂ ਨੇ, ਜੋ ਗਰੰਟੀਆਂ ਕੇਜਰੀਵਾਲ ਜੀ ਦੇ ਕੇ ਗਏ ਨੇ ਪੰਜਾਬ ਦੇ ਲੋਕਾਂ ਨੂੰ, ਕਿੰਨਾ ਕੁ ਖਰੇ ਉਤਰਦੇ ਆ। ਆਓ ਗੱਲਬਾਤ ਲਈ ਅਤੇ ਟਿੱਕਾ ਟਿੱਪਣੀ ਲਈ ਜਾਂਦੇ ਹਾਂ। ਸਾਡੇ ਨਾਲ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਜੀ ਪੱਟੀ ਜੁੜੇ ਹੋਏ ਆ। ਪੱਟੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ 'ਚ। ਸ਼ੁਕਰੀਆ ਜੀ, ਸ਼ੁਕਰੀਆ, ਧੰਨਵਾਦ ਜੀ। ਪੱਟੀ ਸਾਹਿਬ ਸਾਫ਼ ਹੋ ਗਿਆ, ਸਫਾਈ ਵੀ ਹੋ ਗਈ, ਪਰ ਹੁਣ ਜਿਹੜਾ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਹੈ ਹੱਥ ਜਮਾਉਣ ਦੀ ਸਿਆਸਤ ਦੇ ਵਿੱਚ, ਰਾਜੇਵਾਲ ਸਾਹਿਬ ਦੀ ਗੱਲ ਕਰੀਏ ਜੇ, ਸੰਯੁਕਤ ਮੋਰਚੇ ਨੂੰ ਗੋਲ ਆਂਡਾ ਹੀ ਲੱਭਿਆ ਅਤੇ ਮੁੱਖ ਮੰਤਰੀ ਦੇ ਉਮੀਦਵਾਰ ਰਾਜੇਵਾਲ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਰਾਜੇਵਾਲ ਸਾਹਿਬ ਦੀ ਗੱਲ ਕਰਦੇ ਹਾਂ ਜੀ, ਉਹ ਇੰਟਰਨੈਸ਼ਨਲ ਆਗੂ ਬਣ ਚੁੱਕੇ ਸੀ ਜੀ। ਇੰਟਰਨੈਸ਼ਨਲ ਲੈਵਲ ਤੇ ਉਹਨਾਂ ਦਾ ਸਤਿਕਾਰ ਸੀ, ਸਾਰੇ ਲੋਕਾਂ ਦੇ ਸਤਿਕਾਰ ਸੀ। ਲੋਕ ਉਹਨਾਂ ਜੇ ਕਹਿ ਦਈਏ ਵੀ ਇੱਕ ਮਹਾਤਮਾ ਨੂੰ ਪੂਜਦੇ ਸੀ ਤੇ ਕੋਈ ਅੱਤ ਕਥਨੀ ਨਹੀਂ ਹੋਊਗੀ। ਜਿਸ ਤਰੀਕੇ ਨਾਲ ਉਹਨਾਂ ਕਿਸਾਨਾਂ ਦਾ ਕੇਸ ਜਿਹੜਾ ਸਰਕਾਰ ਕੋਲ ਰੱਖਿਆ, ਜਿਸ ਤਰੀਕੇ ਨਾਲ ਜੰਗ ਲੜੀ ਜੀ, ਉਹ ਸਲਾਹੁਣਯੋਗ ਹੈ। ਲੇਕਿਨ ਰਾਜੇਵਾਲ ਸਾਹਿਬ ਨੂੰ ਉਦੋਂ ਹੀ ਇਹ ਫੈਸਲਾ ਲੈ ਦੇਣਾ ਸੀ ਵੀ ਸਾਡੇ ਦਿਨ ਚੰਗੇ ਨਹੀਂ। ਜਦੋਂ 32 ਜਥੇਬੰਦੀਆਂ ਵਿੱਚੋਂ 10 ਜਥੇਬੰਦੀਆਂ ਉਸ ਵੇਲੇ ਪਾਸੇ ਹੋਈਆਂ ਸੀ ਵੀ ਅਸੀਂ ਚੋਣਾਂ 'ਚ ਭਾਗ ਨਹੀਂ ਲੈਣਾ। ਹੁਣ ਉਹਨਾਂ ਭਾਗ ਨਹੀਂ ਲਿਆ ਜੀ, ਕਿਉਂਕਿ ਉੱਥੇ ਜਿਹੜੀਆਂ ਜਥੇਬੰਦੀਆਂ ਬੈਠੀਆਂ ਸੀ ਉਹ ਵੱਖ-ਵੱਖ ਵਿਚਾਰਧਾਰੀਆਂ ਬੈਠੀਆਂ ਸੀ। ਇਸੇ ਮੰਚ ਤੇ ਆਪਾਂ ਪਹਿਲਾਂ ਵੀ ਕਹਿੰਦੇ ਰਹੇ ਸੀ ਕਿ ਜਦੋਂ ਉਹ ਮੋਰਚਾ ਖਤਮ ਹੋ ਗਿਆ ਤੇ ਸਾਰਿਆਂ ਨੇ ਆਪੋ ਆਪਣੇ ਘਰਾਂ ਨੂੰ, ਆਪੋ ਆਪਣੇ ਇਲਾਕਿਆਂ ਨੂੰ ਚਲੇ ਜਾਣਾ। ਬਿਲਕੁਲ। ਲੇਕਿਨ ਰਾਜੇਵਾਲ ਸਾਹਿਬ ਦੀ ਡਿਊਟੀ ਬਣਦੀ ਸੀ ਵੀ ਇਹਨੂੰ ਪਰਪੱਕ ਕਰਦੇ। ਇਹ ਜਿਹੜੀ ਬਕਾਇਦਾ ਤੌਰ ਤੇ ਜਥੇਬੰਦੀ ਬਣੀ ਸੀ ਸੰਯੁਕਤ ਕਿਸਾਨ ਮੋਰਚਾ, ਉਹਨੂੰ ਪਰਪੱਕ ਕਰਦੇ, ਉਹਨੂੰ ਅੱਗੇ ਜਾਰੀ ਰੱਖਦੇ, ਭੱਜਣ ਦੀ ਗੱਲ ਨਾ ਕਰਦੇ ਜੀ। ਜੇ ਕਿਤੇ ਨਾ ਭੱਜਦੇ ਤੇ ਅੱਜ MSP ਵਾਲਾ ਸਾਰਾ ਮਾਮਲਾ ਹੱਲ ਹੋਇਆ ਹੁੰਦਾ, ਜਿਹੜੀ ਪਰਾਲੀ ਵਾਲਾ ਹੱਲ ਹੋ ਜਾਂਦਾ, ਜਿਹੜੀ ਬਿਜਲੀ ਦਾ ਵੀ ਹੱਲ ਹੋਇਆ ਹੁੰਦਾ, ਕੇਸ ਵੀ ਵਾਪਸ ਹੁੰਦੇ, ਸਭ ਕੁਝ ਵਾਪਸ ਹੋ ਜਾਂਦਾ। ਬਿਲਕੁਲ ਸਹੀ ਕਹਿ ਰਹੇ। ਲੇਕਿਨ ਰਾਜੇਵਾਲ ਸਾਹਿਬ ਨੂੰ ਇੱਕ ਬੜੀ ਤਕੜੀ ਲੱਗੀ ਸੀ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਨਾ। ਬਿਲਕੁਲ। ਰਾਜੇਵਾਲ ਸਾਹਿਬ ਨੂੰ ਉਦੋਂ ਵੀ ਪਤਾ ਲੱਗਿਆ ਸੀ ਜਦੋਂ 4-5 ਜਥੇਬੰਦੀਆਂ ਹੋਰ ਛੱਡੀਆਂ ਸੀ ਵੀ ਸਾਨੂੰ ਇਹਦੇ ਵਿੱਚ ਕੋਈ ਕਾਮਯਾਬੀ ਨਹੀਂ ਮਿਲਣੀ, ਤੇ ਫਿਰ ਵੀ ਇਹਨਾਂ ਚੋਣਾਂ ਲੜੀਆਂ। 93 ਸੀਟਾਂ ਤੇ ਚੋਣਾਂ ਲੜੀਆਂ ਤੇ 93 ਦੇ ਵਿੱਚ ਇੱਕ ਮੌਰ ਤੋਂ ਲੱਖਾ ਸੁਧਾਣਾ ਸੀਟ ਤੋਂ ਇਹ ਆਪਣੀ ਜ਼ਬਾਨ ਤੋਂ ਬਚਾ ਸਕੇ। ਬਾਕੀ ਸਾਰੀਆਂ ਸੀਟਾਂ ਤੋਂ ਸਮੇਤ ਰਾਜੇਵਾਲ ਸਾਹਿਬ ਜੀ ਉਮੀਦਵਾਰਾਂ ਦੀਆਂ ਜ਼ਬਾਨਤਾਂ ਜ਼ਬਤ ਹੋਈਆਂ। ਬਿਲਕੁਲ ਜੀ।
4626 ਵੋਟਾਂ ਰਾਜੇਵਾਲ ਸਾਹਿਬ ਨੂੰ ਮਿਲੀਆਂ ਤੇ 50 ਵੋਟਾਂ ਜਿਹੜੀਆਂ ਬਾਈ ਪੋਸਟ ਆਈਆਂ ਉਹ 4676 ਵੋਟਾਂ ਰਾਜੇਵਾਲ ਸਾਹਿਬ ਨੂੰ ਮਿਲੀਆਂ ਸਨ ਜੀ। ਟੋਟਲ ਵੋਟਾਂ 1,33,000 ਪੋਲੀਆਂ ਤੇ ਘੱਟੋ ਘੱਟ ਇਹਨਾਂ ਨੂੰ ਜਿਹੜੀ ਸੀ ਉਹ 13,000 ਵੋਟ ਚਾਹੀਦੀ ਸੀ, ਜੇ 10% ਵੋਟ ਚਾਹੀਦੀ ਹੁੰਦੀ ਜ਼ਮਾਨਤ ਬਚਾਉਣ ਵਾਸਤੇ। ਜੀ। ਜਦੋਂ ਜ਼ਮਾਨਤ ਜ਼ਬਤ ਹੋ ਗਈ, ਪਹਿਲਾਂ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਸਾਡੇ ਪਿੰਡ ਪੱਲੇ ਕੁਛ ਨਹੀਂ ਪੈਣਾ, ਸਿਰਫ ਇੱਕ ਹਉਮੈ ਨੂੰ ਪੱਠੇ ਪਾਉਣ ਤੋਂ ਸਿਵਾਏ ਤੁਸੀਂ ਜਿਹੜਾ ਸੀ ਸਭ ਕੁਛ ਕੀਤਾ। ਜੀ। ਕਈ ਲੋਕ ਇਸ ਗੱਲ ਦਾ ਇਲਜ਼ਾਮ ਲਾਉਂਦੇ ਆ ਵੀ ਇਹਦੇ ਵਿੱਚ ਭਾਜਪਾ ਨਾਲ ਕੋਈ ਲੈਣ ਦੇਣ ਹੋਇਆ, ਅਸੀਂ ਇਹਦੀ ਸ਼ਾਦੀ ਨਹੀਂ ਭਰਦੇ, ਲੇਕਿਨ ਚਰਚਾ। ਜੀ। ਕਿਉਂ ਭਾਜਪਾ ਇਹ ਮਹਿਸੂਸ ਕਰਦੀ ਵੀ ਜੇ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਵੱਖਰੀ ਪਾਰਟੀ ਬਣਾ ਕੇ ਚੋਣ ਨਾ ਲੜੀ ਤੇ ਕਿਸਾਨ ਆ ਕੇ ਜੇ ਕਿਤੇ ਯੂਪੀ ਦੇ ਚ ਰੌਲਾ ਪਾਇਆ ਤੇ 30-40 ਸੀਟਾਂ ਇਹਨਾਂ ਨੇ ਚੜੀਆਂ ਵਿਗਾੜ ਦੇਣੀਆਂ ਨੇ। ਜੀ। ਅੱਜ ਵੀ ਜਿੱਥੇ ਟਕੈਤ ਦਾ ਏਰੀਆ ਉੱਥੋਂ ਬੀਜੇਪੀ ਦੀ ਕਾਫੀ ਮੰਦੀ ਹਾਲਤ ਹੋਈ ਆ। ਜੀ। ਬਾਕੀ ਜਗ੍ਹਾ ਤੇ ਖੁੱਲਾ ਛੱਡਦਾ ਜੋ ਮਰਜ਼ੀ ਹੁੰਦਾ ਰਹੇ। ਉਹ ਇੱਕ ਵੱਖਰਾ ਇਸ਼ੂ ਆ ਵੀ 55% ਦੇ ਵੋਟਰ ਆਪਣੇ ਪੱਕੇ ਕਿਵੇਂ ਕੀਤੇ ਆ ਆਪਣੇ ਦੂਜੇ ਜਿਹੜੇ ਆ ਭਾਜਪਾ ਦੇ ਵੱਖਰਾ ਫਿਰ ਗੱਲ ਕਰਾਂਗੇ ਕਿਤੇ ਆਪਾਂ। ਅੱਜ ਦੀ ਜਿਹੜੀ ਗੱਲ ਆ ਵੀ ਜੇ ਇੱਥੇ ਕਿਸਾਨ ਜਾਂਦੇ ਤੇ ਕਿਸਾਨਾਂ ਨੇ ਬਕਾਇਦਾ ਤੌਰ ਤੇ ਉਹਨਾਂ ਭਾਜਪਾ ਨੂੰ ਪੜ੍ਹਨੇ ਬਦਲਾ ਤੇ ਆਪ ਇੱਥੇ ਮੁੱਖ ਮੰਤਰੀ ਸਾਹਿਬ ਪੰਜਾਬ ਚ ਆਉਂਦੇ ਰਹੇ ਜੀ, ਜਿਵੇਂ ਬੜੇ ਸਿੰਸੀਅਰ ਹੋਣ ਚੋਣ ਵਾਸਤੇ, ਲੇਕਿਨ ਸਿੰਸੀਅਰ ਨਹੀਂ, ਉਹ ਤਾਂ ਸਿਰਫ ਇਹਨਾਂ ਨੂੰ ਕਹਿੰਦੇ ਸੀ ਭਾਈ ਤੁਸੀਂ ਆਪਣੀ ਚੋਣ ਜਾਰੀ ਰੱਖੋ। ਬਿਲਕੁਲ ਜੀ। ਇਸ ਕਰਕੇ ਰਾਜੇਵਾਲ ਸਿੰਘ ਆਉਣ ਵਾਲੇ ਸਮੇਂ 'ਚ ਲੋਕ ਸਪਸ਼ਟੀਕਰਨ ਮੰਗਣਗੇ। ਜਿਹੜੀ ਰਾਜੇਵਾਲ ਸਾਹਿਬ ਦਾ ਇੰਟਰਨੈਸ਼ਨਲ ਨਾਮ ਬਣਿਆ ਸੀ ਉਹਨੂੰ ਦਾਗ ਜ਼ਰੂਰ ਲੱਗਾ ਵਾ। ਰਾਜੇਵਾਲ ਸਾਹਿਬ ਤੇ ਇਹ ਵੀ ਇਲਜ਼ਾਮ ਲੱਗਾ ਸੀ ਕਿ ਜਦੋਂ ਉੱਥੇ ਮੋਰਚਾ ਚੱਲਦਾ ਸੀ ਇਹਨਾਂ ਇੱਕ ਰਾਹ ਦੇ ਅਧਿਕਾਰੀ ਨਹੀਂ ਸਰਕਾਰ ਨੂੰ ਪੱਤਰ ਲਿਖਿਆ ਸੀਗਾ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਇੱਕ ਮੰਗ ਅਸੀਂ ਮੰਨ ਲਈ, ਇੱਕ ਮੰਗ ਮੰਨ ਲਓ, ਦੂਜੀ ਤੇ ਕਮੇਟੀ ਬਣਾ ਦਿਓ ਤੇ ਤੀਜੀ ਖਰਚ ਕਰ ਦਿਓ। ਜੀ। ਉਹ ਕਮੇਟੀ ਜਦੋਂ 32 ਕਿਸਾਨ ਜਥੇਬੰਦੀਆਂ ਚਾਹੀ ਸੀ, ਕਈਆਂ ਨੇ ਕਿਹਾ ਸੀ ਰਾਜੇਵਾਲ ਨੂੰ ਬਾਹਰ ਕੱਢ ਦਿਓ, ਲੇਕਿਨ ਆਗੂ ਹੋਣ ਕੇ ਬਾਹਰ ਨਹੀਂ ਕੱਢਿਆ ਗਿਆ। ਜਿਹੜੀ ਇਹਨਾਂ ਦੀ 15 ਜਨਵਰੀ ਦੀ ਮੀਟਿੰਗ ਹੁੰਦੀ, ਉਸ ਮੀਟਿੰਗ ਦੇ ਵਿੱਚ ਬਕਾਇਦਾ ਤੌਰ ਤੇ ਰਾਜੇਵਾਲ ਸਮੇਤ ਬਾਕੀ ਪਾਰਟੀਆਂ ਨੂੰ ਕੱਢ ਦਿੱਤਾ ਗਿਆ ਸੀ। ਰਾਜੇਵਾਲ ਨੇ ਕਿਹਾ ਸੀ 10 ਜਥੇਬੰਦੀ ਸਾਨੂੰ ਕਿਵੇਂ ਕੱਢ ਸਕਦੀ ਜੀ। 4 ਮਹੀਨੇ ਲਈ ਬੈਨ ਕਰਤਾ ਸੀ ਉਹਨਾਂ ਨੇ। ਇਸ ਕਰਕੇ ਇਹ ਵੇਖੋ ਸੰਯੁਕਤ ਕਿਸਾਨ ਮੋਰਚੇ ਦੀ ਬੜੀ ਹੀਨਤ ਹੋਈ ਆ, ਬੜੀ ਬੇਇੱਜ਼ਤੀ ਹੋਈ ਆ। ਇਹ ਜਿਹੜਾ ਇੱਕ ਸੰਯੁਕਤ ਕਿਸਾਨ ਮੋਰਚਾ ਸੀ ਉਹਦੀ ਸ਼ਾਖ ਨੂੰ ਬੜੀ ਵੱਡੀ ਢਾਹ ਲੱਗੀ ਆ। ਏਦਾਂ ਨਹੀਂ ਸੀ ਚਾਹੀਦਾ। ਜੇ ਚੋਣ ਲੜਨੀ ਸੀ ਉਹਦੀ ਰਣਨੀਤੀ ਬਣਾਉਣੀ ਚਾਹੀਦੀ ਸੀ। ਜੇ ਵਿਧਾਨ ਸਭਾ ਦੀ ਚੋਣ ਨਾ ਲੜਦੇ, ਲੋਕ ਸਭਾ ਦੀ ਚੋਣ ਲੜਦੇ, ਸ਼ਾਇਦ 1-2 ਸੀਟਾਂ ਮਿਲ ਜਾਂਦੀਆਂ ਇਹਨਾਂ ਨੂੰ। ਬਿਲਕੁਲ। ਪਰਿਆਨੇ ਕਰਕੇ ਤੁਹਾਨੂੰ ਪਤਾ ਹੋਏਗਾ ਕਿ ਜਦੋਂ ਬਿਲਕੁਲ ਇੱਕ ਦਿਨ ਰਹਿ ਗਿਆ ਸੀ ਸਿਰਫ ਆਪਣੀ ਜਿਹੜੀ ਸੀ ਇਹਦੀ ਨੋਮੀਨੇਸ਼ਨ ਵਾਸਤੇ, ਤੇ ਉਦੋਂ ਇਹਨਾਂ ਦੀ ਪਾਰਟੀ ਵੀ ਰਜਿਸਟਰ ਹੋਈ ਤੇ ਚੋਣ ਨਿਸ਼ਾਨ ਮਿਲ ਗਿਆ ਸੀ। ਕਿਉਂ ਮਿਲਿਆ ਸੀ ਜੀ? ਜੇ ਕੋਈ ਹੋਰ ਪਾਰਟੀ ਹੁੰਦੀ ਸ਼ਾਇਦ ਉਹਨੂੰ ਨਾ ਮਿਲਦਾ। ਤੇ ਰਾਜੇਵਾਲ ਸਾਹਿਬ ਦੀ ਇਹ ਗਲਤੀ ਜਿਹੜੀ ਹੈ ਨਾ ਉਹ ਕਿਸਾਨੀ ਸੰਘਰਸ਼ ਨੂੰ ਕਾਫੀ ਢਾਹ ਲਾਏਗੀ। ਜਿਸ ਤਰੀਕੇ ਨਾਲ ਹੁਣ 255 ਸੀਟਾਂ ਲਈਆਂ, ਭਾਵੇਂ ਕਿ 57 ਸੀਟਾਂ ਦਾ ਬੀਜੇਪੀ ਨੂੰ ਉੱਥੇ ਲਾਸ ਹੋਇਆ। ਜੇ 57 ਸੀਟਾਂ ਨਾਲ ਲਾਸ ਹੁੰਦਾ ਤਾਂ ਮਤਲਬ ਪਹਿਲਾਂ ਵਰਗੀ ਹਾਲਤ ਬੀਜੇਪੀ ਉੱਥੇ ਨਹੀਂ। ਕਿਸਾਨਾਂ ਨੇ ਆਪਣਾ ਜਲਵਾ ਵਿਖਾਇਆ ਜੀ। ਲਖੀਮਪੁਰ ਦੀਆਂ 8 ਸੀਟਾਂ ਸੀ, 8 ਦੀ 8 ਜਿੱਤੇ ਨੇ ਬੀਜੇਪੀ ਵਾਲੇ, ਸਿਰਫ ਕਿਸਾਨਾਂ ਦੀ ਕਮਜ਼ੋਰੀ ਕਰਕੇ। ਇਸੇ ਕਰਕੇ ਅਸੀਂ ਚਾਹੁੰਦੇ ਹਾਂ ਵੀ ਰਾਜੇਵਾਲ ਸਾਹਿਬ ਜਿਹੜੇ ਆ ਨਾ ਉਹ ਮੁੜ ਵਿਚਾਰ ਕਰਨ। ਜੇ ਗਲਤੀ ਹੋਈ ਹੈ ਤੇ ਜਨਤਕ ਤੌਰ ਤੇ ਆਪਣੀ ਮਾਫੀ ਮੰਗਣ। ਜੇ ਉਹ ਮਹਿਸੂਸ ਕਰਦੇ ਸੀ ਠੀਕ ਕੀਤਾ ਤੇ ਫਿਰ ਠੀਕ ਹੈ, ਆਪੇ ਫਿਰ ਕਿਸਾਨ ਤੇ ਸੰਗਤ ਫੈਸਲਾ ਕਰੇਗੀ ਕਿ ਆਉਣ ਵਾਲੇ ਸਮੇਂ 'ਚ ਉਹਨਾਂ ਨੇ ਕਿਵੇਂ ਡੀਲ ਕਰਨਾ ਆਪਾਂ ਜੀ। ਬਿਲਕੁਲ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2 ਸਾਬਕਾ ਪ੍ਰਧਾਨ ਵੀ ਚੋਣ ਹਾਰ ਗਏ, ਇੱਕ ਮੁੱਖ ਮੰਤਰੀ ਤੇ 3 ਸਾਬਕਾ ਮੁੱਖ ਮੰਤਰੀ ਵੀ ਹੋਏ ਬੁੱਕ। ਦੇਖੋ ਜਿਹੜੀ ਗੱਲ ਤੁਸੀਂ ਗੱਲ ਕੀਤੀ ਹੈ ਜੀ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਜੀ, ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਚੋਣ ਨਹੀਂ ਲੜਨੀ ਚਾਹੀਦੀ ਜੀ। ਜਦੋਂ ਇੱਥੇ ਅਵਤਾਰ ਸਿੰਘ ਮੱਕੜ ਪ੍ਰਧਾਨ ਹੁੰਦੇ ਸੀ ਉਹ ਕਹਿੰਦੇ ਸੀ ਕਿ ਮੈਂ ਪ੍ਰਧਾਨ ਐਸਜੀਪੀਸੀ ਦਾ ਕੋਈ ਵੀ ਸਿਆਸੀ ਚੋਣ ਨਹੀਂ ਲੜੂਗਾ ਜੀ, ਲੇਕਿਨ ਕਈ ਵਾਰੀ ਉਹ ਸਿਆਸੀ ਬਿਆਨ ਦੇ ਦਿੰਦੇ ਸੀਗੇ। ਇੱਕ ਵਾਰੀ ਭਾਈ ਰਣਜੀਤ ਸਿੰਘ ਦੇ ਖਿਲਾਫ ਬਿਆਨ ਦੇ ਦਿੱਤਾ ਸੀਗਾ ਤੇ ਮੁੜ ਕੇ ਉਹਨੇ ਅਗਲੇ ਦਿਨ ਮੈਨੂੰ ਕਿਹਾ, ਮੱਕੜ ਸਾਹਿਬ ਨੂੰ ਕਿਹਾ, ਮੈਂ ਕਿਹਾ ਬਿਆਨ ਨਾ ਕੋਈ ਦਿਓ, ਬਿਆਨ ਦਿਓਗੇ ਫਸ ਜਾਓਗੇ ਜੀ।
ਤੇ ਇਹਨਾਂ ਬਿਆਨ ਦਿੱਤਾ ਤੇ ਅਗਲੇ ਦਿਨ ਭਾਈ ਰਣਜੀਤ ਸਿੰਘ ਨੇ ਆਪਣੇ ਘਰ ਜਿਹੜੀ ਸੀ ਪ੍ਰੈਸ ਬੁਲਾ ਲਈ, ਪ੍ਰੈਸ ਨੂੰ ਬੁਲਾ ਕੇ ਦੱਸਿਆ ਵੀ ਆਹ ਮੇਰੇ ਕੋਲ ਮੱਕੜ ਦੀਆਂ ਕਰਤੂਤਾਂ ਦੀ 84 ਪੇਜ ਦੀ ਫਾਈਲ ਆ ਜੀ, ਬਹਿ ਜਾਓ, ਤੁਹਾਨੂੰ ਅੱਜ ਇੱਕ ਪੇਜ ਦਾ ਬਿਊਰਾ ਦੇਵਾਂਗਾ, ਜੇ ਕੱਲ ਬਿਆਨ ਹੋਵੇ ਤਾਂ ਫਿਰ ਦੂਜੇ ਦਾ ਦੇਵਾਂਗਾ। ਤੇ ਇਹੋ ਜਿਹੇ ਮੁੱਦੇ ਖਾਏ ਸੀ ਬਕਾਇਦਾ ਤੌਰ ਤੇ ਭਾਈ ਰਣਜੀਤ ਸਿੰਘ ਨੇ, ਜਿਨ੍ਹਾਂ ਦਾ ਜਵਾਬ ਨਹੀਂ ਸੀ ਮਿਲਣ ਆਇਆ ਇਹਨਾਂ ਨੂੰ ਜੀ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਮੱਕੜ ਸਾਹਿਬ ਤੁਹਾਨੂੰ ਮੈਂ ਕੀ ਕਿਹਾ ਸੀ? ਕਹਿੰਦਾ ਜੀ ਕੋਈ ਸਿਆਸੀ ਮਜਬੂਰੀ ਸੀਗੀ। ਸਮਝ ਗਏ ਸਿਆਸੀ ਮਜਬੂਰੀ ਸੀ, ਸਿੱਟੋ ਕਮਾ ਗਿਆ ਸੀ, ਬਿਆਨ ਦਿਓ ਜੀ। ਇਸ ਕਰਕੇ ਉਹ ਕਦੀ ਵੀ ਚੋਣ ਨਹੀਂ ਸੀ ਲੜਦੇ, ਪ੍ਰਚਾਰ 'ਚ ਲਿਜਾਇਆ ਜਾਂਦਾ ਸੀ, ਜਾਂਦੇ ਸੀ ਉਹ, ਲੇਕਿਨ ਚੋਣ ਲੜਨ ਤੋਂ ਗੁਰੇਜ਼ ਕਰਦੇ ਸੀਗੇ। ਹੁਣ ਦੋ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਬੀਬੀ ਜਗੀਰ ਕੌਰ ਤੇ ਗੋਬਿੰਦ ਸਿੰਘ ਲੌਂਗੋਵਾਲ ਬੜੀ ਬੁਰੀ ਤਰ੍ਹਾਂ ਹਰੇ ਨੇ ਜੀ। ਕੀ ਕਹਿਣਗੇ? ਪਹਿਲੀ ਗੱਲ ਤੇ ਇਹਨਾਂ ਨੂੰ ਚਾਹੀਦਾ ਸੀ ਵੀ ਜੇ ਇੱਥੋਂ ਹਾਰ ਗਏ ਵੀ ਅਸੀਂ ਲੋਕਾਂ ਦਾ ਮੈਂਡੇਟ ਗਵਾ ਚੁੱਕੇ ਹਾਂ ਜੀ, ਲੋਕਾਂ ਦਾ ਸਾਥ ਅਸੀਂ ਆਪਣੇ ਹਲਕੇ ਦੀ ਗਵਾ ਚੁੱਕੇ ਹਾਂ, ਚੁੱਕੋ ਸਾਡਾ ਰਿਜ਼ਾਈਨ, ਅਸੀਂ ਮੈਂਬਰ ਬਣਨ ਦੇ ਕਾਬਲ ਨਹੀਂ ਰਹੇ ਜੀ। ਲੇਕਿਨ ਕੁਰਸੀ ਦੀ ਲਾਲਸਾ ਬੜੀ ਹੁੰਦੀ ਹੈ। ਬੀਬੀ ਜਗੀਰ ਕੌਰ ਐਤਕੀ ਫਿਰ ਦਬਾਅ ਪਏਗੀ ਵੀ ਭਾਈ ਮੈਨੂੰ ਪ੍ਰਧਾਨ ਬਣਾਓ, ਕਿਉਂਕਿ 2 ਵਾਰੀ 3 ਵਾਰੀ ਪ੍ਰਧਾਨ ਬਣ ਚੁੱਕੀ ਹੈ ਜੀ। ਇੱਕ ਵਾਰੀ ਜਥੇਦਾਰ ਟੌੜਾ ਨੂੰ ਲਾ ਕੇ ਬੀਬੀ ਨੂੰ ਪ੍ਰਧਾਨ ਇਸ ਕਰਕੇ ਬਣਾਇਆ ਗਿਆ ਵੀ ਜਲੀਲ ਕਰਨ ਵਾਸਤੇ ਟੌੜੇ ਨੂੰ, ਜੀ ਵੀ ਤੇਰੇ ਨਾਲੋਂ ਵਧੀਆ ਇੱਕ ਪ੍ਰਬੰਧ ਔਰਤ ਕਰ ਸਕਦੀ ਹੈ। ਜੀ। ਦੂਸਰਾ, ਅਸੀਂ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਕਦੀ ਕੋਈ ਔਰਤ ਪ੍ਰਧਾਨ ਨਹੀਂ ਸੀ ਬਣੀ ਤੇ ਉਹ ਬਾਦਲ ਨੂੰ ਸਿਰ ਜਾਂਦਾ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਕਾਇਦਾ ਤੌਰ ਤੇ ਪਹਿਲੀ ਲੇਡੀ ਨੂੰ ਪ੍ਰਧਾਨ ਪਾ ਕੇ ਦੱਸਤਾ ਸੀ ਕਿ ਸਿੱਖ ਪੰਥ ਦੇ ਵਿੱਚ, ਸਿੱਖ ਧਰਮ ਦੇ ਵਿੱਚ ਔਰਤ ਤੇ ਮਰਦ ਦਾ ਕੋਈ ਫਰਕ ਨਹੀਂ, ਬਰਾਬਰ ਦੇ ਅਧਿਕਾਰ। ਜੀ। ਇਸ ਕਰਕੇ ਬੀਬੀ ਜਗੀਰ ਕੌਰ ਵੀ ਹਾਰ ਗਈ ਤੇ ਗੋਬਿੰਦ ਸਿੰਘ ਲੌਂਗੋਵਾਲ ਵੀ ਹਾਰ ਗਏ। ਚਾਹੀਦਾ ਇਹ ਆ ਵੀ ਚੁੱਪ ਕਰਕੇ ਮੈਂਬਰੀ ਤੋਂ ਅਸਤੀਫਾ ਦੇ ਕੇ ਹੁਣ ਭਗਤੀ ਕਰੋ ਰਮਾਨ ਨਾਲ ਬੈਠ ਕੇ, ਲੇਕਿਨ ਇਹ ਹੋਣਾ ਨਹੀਂ। ਇਹ ਅਜੇ ਵੀ ਝੱਖਾ ਮਾਰਨਗੇ ਵੀ ਮੈਨੂੰ ਪ੍ਰਧਾਨਗੀ ਕਰੀ ਫਿਰ ਮਿਲ ਜੇ, ਗੋਬਿੰਦ ਲੌਂਗੋਵਾਲ ਵੀ ਚਾਹੇਗਾ ਮੈਨੂੰ ਮਿਲ ਜੇ, ਬੀਬੀ ਜਗੀਰ ਕੌਰ ਵੀ ਚਾਹੇਗੀ। ਜਿਹੜੀ ਗੱਲ ਕੀਤੀ ਆਪਾਂ ਮੁੱਖ ਮੰਤਰੀਆਂ ਦੀ, ਜੀ। ਇੱਕ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਵੇਂ ਸੀਟਾਂ ਆਪਣੀਆਂ ਹਾਰ ਗਏ। ਬਿਲਕੁਲ ਆਸ ਨਹੀਂ ਸੀ। ਇਸ ਵੇਲੇ ਦਲਬੀਰ ਜੀ ਬਰਾੜ ਸਾਹਿਬ, ਸਭ ਤੋਂ ਵੱਡੀ ਗੱਲ ਇਹ ਸੀ ਜਦੋਂ ਕਿਸੇ ਨੂੰ ਪੁੱਛੀਦਾ ਸੀ ਵੋਟ ਕਿਹਨੂੰ ਪਾਈ ਜਾਂ ਕਿਹਨੂੰ ਪਾਉਣੀ, ਉਹ ਕਹਿੰਦਾ ਝਾੜੂ ਨੂੰ। ਜੀ। ਉਹਨੂੰ ਪੁੱਛਿਆ ਜੀ ਤੇਰੇ ਹਲਕੇ ਤੇ ਉਮੀਦਵਾਰ ਕੌਣ? ਕਹਿੰਦਾ ਪਤਾ ਨਹੀਂ। ਜੀ। ਉਮੀਦਵਾਰ ਦਾ ਨਹੀਂ ਪਤਾ ਕੌਣ ਆ। ਆਪਾਂ ਇਸੇ ਮੰਚ ਤੋਂ ਵੀ ਕਹਿੰਦੇ ਰਹੇ ਵੀ ਭਾਈ ਉਮੀਦਵਾਰ ਵੇਖ ਕੇ ਵੋਟ ਪਾਓ, ਜਿਹੜੀ ਮਰਜ਼ੀ ਪਾਰਟੀ ਦਵੇ, ਹਰ ਪਾਰਟੀ 'ਚ ਇਮਾਨਦਾਰ ਤੇ ਕੰਮ ਕਰਨ ਵਾਲੇ ਬੰਦੇ ਹੈਗੇ। ਬਿਲਕੁਲ ਜੀ। ਲੇਕਿਨ ਲੋਕਾਂ ਨੇ ਇੱਕ ਸੁਨਾਮੀ ਲਿਆਂਦੀ। ਜਦੋਂ ਸੁਨਾਮੀ ਆਉਂਦੀ ਹੈ ਨਾ, ਸੁਨਾਮੀ ਨੁਕਸਾਨ ਨਹੀਂ ਕਰਦੀ, ਫਾਇਦਾ ਘੱਟ ਕਰਦੀ। ਇਹ ਵੀ ਬਹੁਤ ਬਹੁਤ ਪਤੇ ਦੀ ਗੱਲ ਤੁਸੀਂ ਕਹੀ। ਹੁਣ ਜਿਹੜੀ ਇਹ ਨਾ ਸੁਨਾਮੀ ਆ ਗਈ, ਕੋਈ ਗੱਲ ਨਹੀਂ। ਜਿੱਤ ਕੇ ਬਿੰਦ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ 10 ਵਾਰੀ MLA ਤੇ 5 ਵਾਰੀ ਤੁਸੀਂ ਮੁੱਖ ਮੰਤਰੀ ਰਹੇ ਹੋ। ਬਾਦਲ ਸਾਹਿਬ ਤੁਹਾਨੂੰ ਅਫਸੋਸ ਹੋਇਆ ਨਹੀਂ ਹੋਇਆ ਨਹੀਂ ਪਤਾ, ਪਰ ਮੈਨੂੰ ਬਹੁਤ ਇਸ ਗੱਲ ਦਾ ਅਫਸੋਸ ਹੈ ਕਿ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾਊਗਾ ਕਿ ਸਿੱਖ ਪੰਥ ਦਾ ਇੱਕ ਬਾਬਾ ਬੋਹੜ ਸਿਆਸਤਦਾਨ ਸੀ। ਔਰ ਉਸ ਬਾਬੇ ਬੋਹੜ ਦੀ ਇੰਨਾ ਸਿਆਸਤ ਜੁੜਿਆ ਸੀ ਵੀ ਬਾਹਰਲੀਆਂ ਸਟੇਟਾਂ ਦੇ ਲੀਡਰਾਂ ਕੋਲ ਰਾਏ ਦਿੰਦੇ ਵੀ ਅਸੀਂ ਕੀ ਕਰੀਏ। ਤੇ ਅੱਜ ਜੇ ਤੁਸੀਂ ਹਾਰੇ ਹੋਏ ਸੁਨਾਮੀ ਦੇ ਵਿੱਚ, ਤੁਹਾਨੂੰ ਇਲੈਕਸ਼ਨ ਨਹੀਂ ਲੜਨੀ ਚਾਹੀਦੀ ਸੀ। ਤੁਹਾਡੀ ਉਮਰ ਸੀ, ਤਕਾਜ਼ਾ ਇੰਨਾ ਸੀ, ਤੁਸੀਂ ਮਿਹਨਤ ਨਹੀਂ ਕਰ ਸਕਦੇ, ਤੁਸੀਂ ਆਪਣੇ ਘਰ ਰਹੇ, ਲੇਕਿਨ ਫਿਰ ਵੀ ਗੱਡੀ 'ਚ ਬਹਿ ਕੇ ਤੁਸੀਂ ਆਪਣਾ ਪ੍ਰਚਾਰ ਕੀਤਾ, ਗੱਲ ਬਣਦੀ ਨਹੀਂ। ਇਹ ਸੁਨਾਮੀ ਦੇ ਵਿੱਚ ਤੁਸੀਂ ਜਿਹੜੀ ਜਿਹੜਾ ਇਤਿਹਾਸ ਹੈ ਨਾ, ਜੋ ਕਲੰਕਿਤ ਕੀਤਾ ਤੁਹਾਡੀ ਹਾਰ ਨੇ, ਇਹ ਸਿੱਖ ਕੌਮ ਲਈ ਕੁਝ ਘਾਟੇ ਬੰਦਾ ਸੋਚਦਾ ਜੀ। ਸਾਰੇ ਹਾਰ ਜਾਂਦੇ, ਬਾਦਲ ਸਾਹਿਬ ਨਹੀਂ ਹਾਰੇ। 3 ਬੰਦੇ ਜਿੱਤੇ, ਮੈਨੂੰ 2 ਵੀ ਤਾਂ ਜਿੱਤੇ, ਕੋਈ ਗੱਲ ਨਹੀਂ, ਇਕੱਲੇ ਬਾਦਲ ਸਾਹਿਬ ਜਿੱਤਣੇ ਚਾਹੀਦੇ ਜੀ। ਲੇਕਿਨ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਲੈ ਲਓ। ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਵਿੱਚ ਵੇਖੋ, ਮਹਾਰਾਜਾ ਰਾਜਾ ਮਹਾਰਾਜਿਆਂ ਦੀ ਮਾਤਾ ਦਾ, ਇਹਨਾਂ ਦੇ ਫਾਦਰ ਦਾ, ਇਹਨਾਂ ਦੇ ਸਾਰਿਆਂ ਦਾ ਕਿੱਡਾ ਯੋਗਦਾਨ ਰਿਹਾ ਜੀ। 1984 ਵਿੱਚ ਸਾਕਾ ਨੀਲਾ ਤਾਰਾ ਸਮੇਂ ਕੈਪਟਨ ਅਮਰਿੰਦਰ ਸਿੰਘ ਵਾਹਿਦ ਕਾਂਗਰਸੀ ਲੀਡਰ ਸੀਗਾ ਜੀ, ਜਿਹਨੇ ਬਕਾਇਦਾ ਤੌਰ ਤੇ ਸਾਕਾ ਨੀਲਾ ਤਾਰਾ ਦਾ ਆਪਣੇ ਸੀਨੇ 'ਚ ਦਰਦ ਰੱਖਦੇ ਹੋਏ ਪਹਿਲਾਂ ਅਸਤੀਫਾ ਦਿੱਤਾ ਸੀ ਆਪਣੇ MPਸ਼ਿਪ ਤੋਂ, ਮੁੜ ਕੇ ਕਾਂਗਰਸ ਪਾਰਟੀ ਨੂੰ ਦਿੱਤਾ ਸੀ, ਲੇਕਿਨ ਅਕਾਲੀਆਂ ਨੇ ਉਹਦੀ ਕਦਰ ਨਹੀਂ ਸੀ ਕੀਤੀ ਜੀ। ਦੂਸਰੀ ਚੀਜ਼, ਬੀਬੀ ਭੱਠਲ, ਭਾਵੇਂ ਉਹ 83 ਦਿਨ ਮੁੱਖ ਮੰਤਰੀ ਰਹੀ ਤੇ ਭਾਵੇਂ 100 ਦਿਨ ਰਹੀ ਆ, ਉਹ ਵੀ ਮੁੱਖ ਮੰਤਰੀ ਤੇ ਹੈਗੀ ਸੀ। ਬਿਲਕੁਲ। ਤੇ ਚੰਨੀ ਸਾਹਿਬ ਨੂੰ 2 ਸੀਟਾਂ ਤੁਸੀਂ ਰਾਤੀਆਂ, 2 ਸੀਟਾਂ। ਇਹ ਵੀ ਇੱਕ ਅਫਸੋਸ ਵਾਲੀ ਗੱਲ ਹੈ।
ਮੌਜੂਦਾ ਮੁੱਖ ਮੰਤਰੀ ਵੀ ਤੇ 2 ਸੀਟਾਂ ਚੁਣਿਆ, ਦੋਵੇਂ ਹਾਰ ਜਾਵੇ, ਬੜੀ ਬੁਰੀ ਤਰ੍ਹਾਂ ਹਾਰੇ। ਇਹ ਇਤਿਹਾਸ ਦੇ ਵਿੱਚ ਗੱਲਾਂ ਲਿਖੀਆਂ ਜਾਣੀਆਂ ਵਾ। ਇਹ ਥੋੜਾ ਬੜਾ ਕਿਤੇ ਕਿਤੇ ਜਿਹੜੀ ਉਹ ਕਾਂਗਰਸ ਪਾਰਟੀ ਨੂੰ ਵੀ ਤੇ ਜਿਹੜੇ ਬੰਦੇ ਚੋਣਾਂ ਲੜੇ ਉਹਨਾਂ ਦੇ ਵੀ ਕਰੈਕਟਰ ਦੇ ਉੱਤੇ ਜਿਹੜਾ ਧੱਬਾ ਲੱਗੇ। ਬਿਲਕੁਲ ਜੀ। ਹੁਣ ਕੈਪਟਨ ਅਮਰਿੰਦਰ ਸਿੰਘ ਢੀਂਡਸਾ ਸਾਹਿਬ ਦਾ ਬੇਟਾ, ਇਹ ਸਾਰੇ ਖੁਸ਼ ਕਿਉਂ ਹੋਣਗੇ? ਕੱਲ ਮੈਨੂੰ ਕਹਿੰਦਾ ਜੀ ਉਹਨਾਂ ਦੇ ਘਰ ਤੇ ਚੁੱਲ੍ਹਾ ਨਹੀਂ ਬੜਿਆ। ਕਿ ਨਾ ਕੈਪਟਨ ਸਾਹਿਬ ਨੇ ਤਾਂ ਮਹਿੰਗੀ ਵਿਦੇਸ਼ ਜਿਹੜੀ ਉਹ ਜਿਸਤੀ ਕੀਤੀ ਹੋਣੀ ਕੱਲ। ਬਿਲਕੁਲ। ਢੀਂਡਸਾ ਸਾਹਿਬ ਨੇ ਜਿਹੜੇ ਉਹਨਾਂ ਦੇ ਬੇਟੇ ਨੇ ਉਹਨੇ ਕਿਹਾ ਹੋਣਾ ਵੀ ਭਾਜੀ ਵੱਡਾ ਖਾਣਾ ਘਰ ਬਣਾਓ, ਵੀ ਕੋਈ ਗੱਲ ਨਹੀਂ, ਹਾਰ ਗਏ ਆਪਾਂ ਤੇ। ਕਿ ਦੋਵਾਂ ਦਾ ਇੱਕ ਨਕਾਤੀ ਪ੍ਰੋਗਰਾਮ ਸੀਗਾ। ਢੀਂਡਸਾ ਸਾਹਿਬ ਦਾ ਇਹ ਨਕਾਤੀ ਪ੍ਰੋਗਰਾਮ ਸੀ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹਰਾਉਣਾ ਜੀ, ਜਿੱਤਣਾ ਨਹੀਂ। ਤੇ ਜਿਹੜਾ ਬਕਾਇਦਾ ਤੌਰ ਤੇ ਕੈਪਟਨ ਦਾ ਸੀ ਕਾਂਗਰਸ ਨੂੰ ਹਰਾਉਣਾ। ਬਿਲਕੁਲ। ਦੋਵੇਂ ਆਪਣੇ ਜਿਹੜੇ ਸੀ ਉਹ ਮਨਸੂਬਿਆਂ 'ਚ ਸਫਲ ਹੋਏ ਨੇ। ਤੇ ਉਹ ਕਿਉਂ ਨਾ ਵੱਡਾ ਖਾਣਾ ਖਾਣਗੇ ਉਸ ਦਿਨ। ਬਿਲਕੁਲ। ਉਹਨੂੰ ਜਿੱਤਣਾ ਨਹੀਂ। ਕਹਿੰਦੇ ਹੁੰਦੇ ਆ ਜੀ, ਇੱਕ ਵਾਰੀ ਸਵਰਗ ਦੇ ਵਿੱਚ ਇੱਕ ਪਾਸੇ ਸਾਧੂ ਸੰਤ ਬੈਠੇ, ਦੂਜੇ ਪਾਸੇ ਆਮ ਸਾਡੇ ਵਰਗੇ ਬੈਠੇ। ਆਮ ਲੋਕੀ ਰੌਲਾ ਬੜਾ ਪਾਉਂਦੇ ਸੀ ਤੇ ਸਾਧੂਆਂ ਨੇ ਧਰਮਰਾਜ ਨੂੰ ਕਿਹਾ ਜੀ ਇੱਥੇ ਤੁਸੀਂ ਕੰਧ ਕਰੋ ਜੀ। ਉਹਨਾਂ 10 ਫੁੱਟ ਕੰਧ ਉੱਤੀ ਕਰਤੀ। ਕਹਿੰਦਾ ਅਸੀਂ ਭੁਗਤੀ ਕਰਨੀ, ਰੌਲਾ ਪਾਉਣੇ ਹਟਦੇ। ਤੇ ਜਿੱਥੇ ਸਾਡੇ ਖਾਲਸਾ ਦੀ ਵਾਰੀ ਜਿੱਥੇ ਖਾਲਸੇ ਬੈਠੇ ਸੀ ਉੱਥੇ ਕੰਧ 5 ਫੁੱਟ ਕਰਤੀ ਜੀ। ਉਹ ਕਹਿੰਦਾ ਜੀ 5 ਫੁੱਟ ਤੁਸੀਂ ਕਿਉਂ ਕੀਤੀ ਹੈ? ਉਹ ਕਹਿੰਦੇ ਖਾਲਸੇ ਏਦਾਂ ਦੇ ਆ ਵੀ ਇਹਨਾਂ ਨੇ ਕੰਧ ਕਿਸੇ ਨੂੰ ਆਪ ਨਹੀਂ ਟੱਪਣ ਦੇਣੀ ਜੀ, ਆਪ ਹੀ ਦੂਜੇ ਪਾਸੇ ਨਹੀਂ ਆਉਣ ਦੇਣੇ, ਆਪ ਹੀ ਲੱਤਾਂ ਖਿੱਚ ਦੇਣੀਆਂ। ਇਸ ਕਰਕੇ ਸਾਡੇ 'ਚ ਇਹ ਪਰੰਪਰਾ ਵਾ ਕਿ ਆਪ ਹੀ ਲੱਤਾਂ ਖਿੱਚ ਕੇ ਆਪ ਹੀ ਆਪਣੀ ਬਰਬਾਦੀ ਕਰ ਲੈਂਦੇ ਆ। ਔਰ ਮੈਂ ਸੋਚਦਾ ਵੀ ਪੰਜਾਬ ਦੀ ਇੱਕ ਘਾਟੇ ਬੰਦਾ ਸੱਦਾ ਜਿਹੜਾ ਸ਼੍ਰੋਮਣੀ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਸੰਕਟ ਆ। ਇੱਕੋ ਪਾਰਟੀ ਹੈਗੀ ਸੀ ਪੰਜਾਬ ਦੀ ਜਿਹੜੀ ਰੀਜਨਲ ਪਾਰਟੀ ਸੀ, ਜਿਹਨੇ ਕੁਛ ਨਾ ਕੁਛ ਕੰਮ ਪਿਛਲੇ ਸਮੇਂ 'ਚ ਕੀਤਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਫੋਕਲ ਪੁਆਇੰਟ ਲੈਂਦੇ ਸੀ, ਪਿੰਡਾਂ ਦਾ ਵਿਕਾਸ ਕੀਤਾ ਸੀ, ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਸੀ ਜੀ। ਭਾਵੇਂ ਕਿ ਵੱਡਾ ਰੋਲ ਵਿੱਚ ਬਲਵੰਤ ਸਿੰਘ ਹੋਰਾਂ ਦਾ ਸੀਗਾ ਜੀ। ਬਲਵੰਤ ਸਿੰਘ ਸਾਡੇ ਖਜ਼ਾਨਾ ਮੰਤਰੀ ਬਣੇ, ਬਕਾਇਦਾ ਤੌਰ ਤੇ ਇਹ ਪਹਿਲਾਂ ਫੋਕਲ ਪੁਆਇੰਟ ਲੈਂਦੇ, ਫਿਰ ਬਕਾਇਦਾ ਤੌਰ ਤੇ ਸਾਡੇ ਟਰੈਕਟਰ ਇੰਡਸਟਰੀ ਲਿਆਂਦੀ, ਸਵਰਾਜ ਟਰੈਕਟਰ ਲੈਂਦਾ, ਫਿਰ ਸਵਰਾਜ ਬਚਦਾ ਟਰੱਕ ਲਿਆਂਦਾ ਜੀ। ਇਹ ਉਹਨਾਂ ਦੀ ਦੇਣ ਸੀ ਵੀ ਨਹੀਂ ਪੰਜਾਬ ਨੂੰ ਬਾਹਰੋਂ ਨਾ ਖਰੀਦਣਾ ਪਵੇ, ਪੰਜਾਬ ਦੇ ਆਪਣੇ ਸੋਰਸ ਹੋਣੇ ਚਾਹੀਦੇ। ਇਸ ਕਰਕੇ ਅਸੀਂ ਇਹ ਨਹੀਂ ਕਹਿੰਦੇ ਵੀ ਅਕਾਲੀ ਦਲ ਨੇ ਕੁਛ ਨਹੀਂ ਕੀਤਾ, ਲੇਕਿਨ ਅਕਾਲੀ ਦਲ ਜਿਹੜਾ ਸੀ 2007 ਤੋਂ ਫਿਰ ਕਾਰਪੋਰੇਟ ਅਦਾਰਾ ਬਣ ਗਿਆ ਤੇ 2012 ਦੇ ਵਿੱਚ ਮਾਫੀਆ ਗਰੋਹ ਬਣ ਗਿਆ ਜੀ। ਜਿਹਦੇ ਕਰਕੇ ਅਕਾਲੀ ਦਲ ਨੂੰ 2017 ਦੇ ਵਿੱਚ ਹੀ ਬੜੀ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ 2022 ਚ ਵੀ ਕਰਨਾ ਪਿਆ। ਆਉਣ ਵਾਲੇ ਸਮੇਂ 'ਚ ਵੇਖੋ ਕੀ ਬਣਦਾ। ਲੇਕਿਨ 3 ਮੁੱਖ ਮੰਤਰੀ ਤੇ ਇੱਕ ਮੌਜੂਦਾ ਮੁੱਖ ਮੰਤਰੀ ਹਾਰੇ ਨੇ। ਖੈਰ ਆਪਾਂ ਇੱਥੋਂ ਦੀ ਗੱਲ ਨਾ ਕਰ ਲਈਏ। ਇੱਕ ਮੌਜੂਦਾ ਮੁੱਖ ਮੰਤਰੀ ਬਕਾਇਦਾ ਤੌਰ ਤੇ ਜਿਹੜਾ ਪੁਸ਼ਕਰ ਧਾਮੀ ਆ, ਉੱਤਰਾਖੰਡ ਦੇ ਵਿੱਚ ਭਾਜਪਾ ਦਾ ਵੀ ਆ ਰਿਹਾ ਵਾ ਜੀ। ਬਿਲਕੁਲ। ਪਾਰਟੀ ਜਿੱਤ ਗਈ, ਮੁੱਖ ਮੰਤਰੀ ਆ ਰਿਹਾ ਵਾ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਰਾਵਤ ਉੱਥੇ ਆ ਰਿਹਾ ਵਾ। ਜਿਹੜੇ ਮੌਜੂਦਾ ਮੁੱਖ ਮੰਤਰੀ ਗੋਆ ਸੀ ਉਹ ਹਾਰੇ ਨੇ। ਮਤਲਬ ਇਹ ਤਾਂ ਲੋਕਾਂ ਦੀ ਮਰਜ਼ੀ ਹੈ ਜਿਤਾਉਣ ਨਾ ਜਿਤਾਉਣ। ਲੇਕਿਨ ਮੈਂ ਸੋਚਦਾ ਕਿ ਜਦੋਂ ਇਹੋ ਜਿਹੀਆਂ ਸ਼ਖਸੀਅਤਾਂ ਹਾਰਦੀਆਂ ਨਾ, ਉਦੋਂ ਥੋੜਾ ਜਿਹਾ ਡੈਟ ਜ਼ਰੂਰ ਪੈਂਦਾ ਵਾ, ਭਾਵੇਂ ਜੋ ਮਰਜ਼ੀ ਹੋਵੇ। ਬਿਲਕੁਲ ਜੀ। ਸ਼੍ਰੋਮਣੀ ਕਮੇਟੀ ਦੀ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਸਿਆਸਤ ਕਰਨ ਵਾਲਿਆਂ ਦਾ ਕੱਖ ਨਾ ਰਿਹਾ। ਜਿਹੜੀ ਬੀਬੀ ਕਿਰਨਜੋਤ ਆ ਜੀ, ਬੀਬੀ ਕਿਰਨਜੋਤ ਉਹ ਮੈਂਬਰ ਆ ਵੀ ਬਕਾਇਦਾ ਤੌਰ ਤੇ ਬੀਬੀ ਕਿਰਨਜੋਤ ਜਿਹੜੀ ਹੈ ਜਨਰਲ ਸੈਕਟਰੀ ਰਹੀ ਐਸਜੀਪੀਸੀ ਦੀ ਜੀ। ਤੇ ਬੀਬੀ ਕਿਰਨਜੋਤ ਨੂੰ ਮਾਣ ਆ ਵੀ ਮਾਸਟਰ ਤਾਰਾ ਸੀ ਜਿਹੜੇ ਕਿਸੇ ਵੇਲੇ ਅਕਾਲੀ ਦਲ ਦੇ ਸਰਵਸਰਾ ਹੁੰਦੇ ਸੀ। ਜਦੋਂ ਬਹੁਤ ਸਾਰੇ ਅਕਾਲੀ ਦਲ ਦੇ ਆਗੂ ਛੱਡ ਕੇ ਤੇ ਕਾਂਗਰਸ ਸ਼ਾਮਲ ਹੋ ਗਏ ਸੀ ਤੇ ਉਦੋਂ ਕਮਾਂਡ ਮਾਸਟਰ ਤਾਰਾ ਸਿੰਘ ਸੰਭਾਲੀ ਤੇ ਅਕਾਲੀ ਦਲ ਨੂੰ ਬਚਾਇਆ ਸੀ। ਇਹ ਉਹਨਾਂ ਦੀ ਦੋਤਰੀ ਹੈ। ਇਹ 1997 ਤੋਂ ਮੈਂਬਰ ਬਣ ਰਹੀ, 96 ਮੈਂਬਰ ਬਣ ਰਹੀ ਹੈ ਐਸਜੀਪੀਸੀ ਦੀ। ਪਹਿਲਾਂ ਇਹਦੀਆਂ 140 ਸੀਟਾਂ ਹੁੰਦੀਆਂ ਸੀ, 120 ਹਲਕੇ ਹੁੰਦੇ ਸੀ। ਫਿਰ ਇਹਨਾਂ ਡਬਲ ਕਰ ਦਿੱਤੇ ਤੇ 30 ਔਰਤਾਂ ਲੈ ਲਓ, ਜਿਹਦੇ 5 ਦਲਿਤ ਔਰਤਾਂ ਤੇ 25 ਜਨਰਲ ਔਰਤਾਂ ਲਈਆਂ ਸੀ। तो श्रोमणी कमेटी ਦੇ ਵਿੱਚ ਜਿਹੜੇ ਹਲਕੇ ਨੇ ਡਬਲ ਨੇ, ਇੱਕ ਜਨਰਲ ਤੇ ਇੱਕ ਐਸਸੀ ਨਾਲ ਜਿਹੜਾ ਬੰਦਾ ਸੀ ਉਹ ਲਾਭ। ਸਾਡੇ ਐਸਸੀ ਹੈ ਨਹੀਂ ਲੇਕਿਨ ਸ਼੍ਰੋਮਣੀ ਕਮੇਟੀ 'ਚ ਹੈਗਾ, ਐਕਟ 'ਚ ਹੈਗਾ। 20 ਹਲਕੇ ਉਹ ਸੀ ਜਿੱਥੇ ਡਬਲ ਹਲਕੇ 'ਚ 2 ਉਮੀਦਵਾਰ ਖੜੇ ਹੁੰਦੇ ਸੀਗੇ, ਦੋਵਾਂ ਨੂੰ ਵੋਟ ਪੈਂਦੀ ਸੀ। ਤੇ ਮੁੜ ਕੇ ਉਹਨਾਂ ਨੇ 30 ਬਕਾਇਦਾ ਤੌਰ ਤੇ ਔਰਤਾਂ ਲੈ ਲਈਆਂ ਤੇ 170 ਹੋ ਗਏ ਜਿਹੜੇ ਉਮੀਦਵਾਰ 120 ਹਲਕਿਆਂ ਦੇ ਵਿੱਚ। ਬੀਬੀ ਕਿਰਨਜੋਤ ਕੌਰ ਉਦੋਂ ਤੋਂ ਅਕਾਲੀ ਦਲ ਬਾਦਲ ਦੀ ਟਿਕਟ ਤੇ ਚੋਣ ਲੜਦੀ ਰਹੀ ਹੈ ਤੇ ਹੁਣ ਤੱਕ ਚੋਣ ਲੜਦੀ ਆ ਰਹੀ। ਲੇਕਿਨ
ਜਦੋਂ ਉਹਨੇ ਮੁੱਦਾ ਠਾਇਆ ਸੀ ਬੇਅਦਬੀ ਦਾ, ਹਾਊਸ ਵਿੱਚ ਜਨਰਲ ਦੇ ਲਾਸਟ ਆਇਆ ਸੀ ਤੇ ਸਾਡੇ ਚਰਨਜੀਤ ਸਿੰਘ ਜਿਹੜੇ ਜਮਦੀਵੀ ਟਕਸਾਲ ਦੇ ਨੇ, ਉਹਨਾਂ ਨੇ ਮਾਈਕ ਖੋਲਿਆ ਸੀ ਇਹਨਾਂ ਕੋਲ। ਬੜਾ ਰੌਲਾ ਪਿਆ ਸੀ ਉਦੋਂ ਕਿ ਲੋਕਾਂ ਨੇ ਇਤਰਾਜ਼ ਕੀਤਾ ਸੀ ਵੀ ਇੱਕ ਔਰਤ ਤੇ ਦੂਜਾ ਇੱਕ ਬੜੇ ਸਤਿਕਾਰਤ ਪਰਿਵਾਰ ਦੀ ਔਰਤ ਜਿਹਦੇ ਕੋਲ ਮਾਈਕ ਹੋਇਆ था, ਬੋਲਣ ਨਹੀਂ ਸੀ ਲੱਗਿਆ। ਉਹਨੇ ਕਿਹਾ ਸੀ ਕਿ ਮੈਂ ਆਪਣੇ ਤਰੀਕੇ ਨਾਲ ਗੱਲ ਕਰਨੀ ਸੀ, ਮੈਨੂੰ ਪਤਾ ਸੀ ਮੈਂ ਅਕਾਲੀ ਦਲ ਦੀ ਮੈਂਬਰ ਹਾਂ, ਲੇਕਿਨ ਤੁਸੀਂ ਮੇਰੇ ਨਾਲ ਜ਼ਿਆਦਤੀ ਕੀਤੀ ਹੈ। ਅੱਜ ਬੀਬੀ ਬਕਾਇਦਾ ਤੌਰ ਤੇ ਕਿਰਨਜੋਤ ਨੇ ਇੰਨੀ ਗੱਲ ਕਹੀ ਵੀ ਜਿਹੜੇ ਲੋਕ ਬੇਅਦਬੀ ਮਾਮਲੇ ਦੇ ਕਹਿੰਦੇ ਸੀ ਨਾ ਸਿਆਸਤ ਕਰਨ ਵਾਲੇ ਕੱਖ ਨਾ ਰਹੇ, ਅੱਜ ਉਹ ਸ਼ੀਸ਼ਾ ਦੇਖ ਲੈਣ ਕਿੱਥੇ ਖੜੇ ਆ। ਜਦੋਂ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਗਲਿਆਰੇ ਦੇ ਖਲੋ ਕੇ ਤੁਸੀਂ ਇਹ ਗੱਲ ਕਹਿੰਦੇ ਨੇ ਬੇਅਦਬੀ ਤੇ ਸਿਆਸਤ ਕਰਨ ਕੱਖ ਨਾ ਰਹੇ, ਤੇ ਸਿਆਸਤ ਤੁਸੀਂ ਨਹੀਂ ਕੀਤੀ ਹੈ ਜਿਹਦੇ ਕਰਕੇ ਆਪਣਾ ਤੁਸੀਂ ਪੜਿਆ ਵਿਚਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਿੱਥੇ ਖੜੇ। ਅੱਜ ਤੇ ਇਹਨਾਂ ਨੂੰ ਇੱਕ ਮੋਪੜ ਲੈ ਲੈਣੀ ਚਾਹੀਦੀ ਹੈ, 3 ਦਿਨ ਲੈ ਜਾਣ। ਜਦੋਂ ਮੀਟਿੰਗ ਕਰੇ 3 ਬੰਦੇ ਕੀ ਫਰਕ ਪੈਂਦਾ ਉੱਥੇ, ਐਵੇਂ ਬਹੁਤਾ ਖਰਚਾ ਕੀ ਕਰਨ ਦੀ ਲੋੜ ਹੈਗੀ। ਤੇ ਬੀਬੀ ਕਿਰਨਜੋਤ ਨੇ ਕਿਹਾ ਕਿ ਇੱਥੇ ਤੁਸੀਂ ਗੌਰ ਫਰਮਾਓ ਜੋ ਤੁਸੀਂ ਕੀਤਾ ਵਾ, ਇੱਥੇ ਬਕਾਇਆ ਤੌਰ ਤੇ ਚਿੰਤਨ ਕਰੋ, ਬਕਾਇਆ ਤੌਰ ਤੇ ਜਨਤਕ ਤੌਰ ਤੇ ਮਾਫੀ ਮੰਗੋ ਤੁਸੀਂ ਵੀ ਆ ਜਿਹੜੇ ਦੋਸ਼ੀ ਹੋ ਤੁਸੀਂ ਵੀ ਇਹਦੇ ਬੇਅਦਬੀ ਦਾ ਤੁਸੀਂ ਕੱਖ ਨਹੀਂ ਕੀਤਾ ਉਹਦੇ। ਪਰ ਅਫਸੋਸ ਹੁੰਦਾ ਵਿਰਸਾ ਸਿੰਘ ਮਲਟੋਏ ਵਾਲੇ ਜਿਹੜੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਬੰਦੇ ਉਹ ਵੀ ਜਸਟੀਫਾਈ ਕਰਦੇ ਵੀ ਬਹੁਤ ਕੁਛ ਕੀਤਾ ਜੀ ਬਾਦਲ ਸਾਹਿਬ ਨੇ, ਬੜਾ ਕੁਛ ਕਰਤਾ ਜੀ। ਇਸ ਕਰਕੇ ਬੀਬੀ ਕਿਰਨਜੋਤ ਦੀ ਮੰਗ ਬਿਲਕੁਲ ਜਾਇਜ਼ ਆ, ਉਹਨੇ ਬਿਲਕੁਲ ਠੀਕ ਕਿਹਾ। ਜਿਹੜੇ ਕਹਿੰਦੇ ਸੀ ਵੀ ਜਿਹੜੇ ਦਿੰਦੇ ਨੇ ਵੀ ਬੇਅਦਬੀ ਮਾਨਵ ਸਿਆਸਤ ਕਰਨ ਦਾ ਕੱਖ ਨਾ ਰਹੇ, ਹੁਣ ਵੇਖ ਲਓ ਤੁਹਾਡਾ ਕੱਖ ਨਹੀਂ ਰਿਹਾ, ਹੁਣ ਗਾ ਪੜਿਆ ਵਿਚਾਰ ਲਓ ਕੀ ਕਰਨਾ ਜੀ। ਜੀ ਬਰਾੜ ਸਾਹਿਬ। ਜੀ ਬਰਾੜ ਸਾਹਿਬ। ਸੁਖਦੇਵ ਸਿੰਘ ਢੀਂਡਸਾ ਵੀ ਅਸਤੀਫਾ ਦੇਣ ਦਾ ਕਰਨਗੇ ਡਰਾਮਾ ਜੀ। ਇੱਕ ਗੁਰਨਾਮ ਸਿੰਘ ਪੀਰ ਹੁੰਦਾ ਸੀ ਕਿ ਆਰਟੀਕਲ ਲਿਖਦਾ ਹੁੰਦਾ ਸੀ ਅਖਬਾਰਾਂ ਦੇ ਵਿੱਚ ਜੀ। ਆਨੰਦਪੁਰ ਦੇ ਮਤੇ ਦੀ ਗੱਲ ਹੈ, ਮੈਂ ਕਿਹਾ ਸ਼ਾਇਦ ਉਹਦੇ ਤੇ ਅਸਤੀਫੇ ਦੇਣ ਦੀ ਗੱਲ ਚੱਲਦੀ ਸੀ ਵੀ ਕਾਲੀ ਅਸਤੀਫਾ ਦੇਣਗੇ ਜੀ। ਉਹ ਆਪਣੀ ਘਰਵਾਲੀ ਨੂੰ ਕਹਿੰਦਾ ਵੀ ਮੈਂ ਚੱਲਿਆ ਮੈਂ ਅੱਜ ਆਨੰਦਪੁਰ ਸਾਹਿਬ ਅਸਤੀਫਾ ਦੇਣ ਵਾਸਤੇ। ਉਹ ਕਹਿੰਦੀ ਭੜੂਆ ਮੈਨੂੰ ਇਹ ਦੱਸ ਤੂੰ ਤੇ ਕੰਡੀ ਪਿੰਡ ਦਾ ਮੈਂਬਰ ਪੰਚਾਇਤ ਨਹੀਂ ਬਣਿਆ, ਕਦੀ ਚੌਂਕੀ ਦੇ ਤੂੰ ਅਸਤੀਫਾ ਕਾਹਤੋਂ ਦੇਣਾ ਜੀ। ਉਹ ਕਹਿੰਦਾ ਨਹੀਂ ਸਾਡੀ ਰਵਾਇਤ ਆ ਅਕਾਲੀ ਦਲ ਦੀ, ਅਸੀਂ ਅਸਤੀਫਾ ਜ਼ਰੂਰ ਦੇਣੇ ਪਰ ਨਾ ਕੋਈ ਜੀ। ਉਹ ਕਹਿੰਦੀ ਚੰਗਾ ਫਿਰ ਮੈਂ ਤੇਰੇ ਵਾਸਤੇ ਪਰੌਂਠੇ ਬਣਾਉਣੀ 4 ਜੀ। ਭਾਰਤੀ ਜਿਹੜੇ ਨਾਲ ਉਹਨਾਂ ਵਾਸਤੇ 20 ਬਣਾਉਣੀ, ਉਹਨਾਂ ਦਾ ਰਹਿਣ ਦੇ ਪਰੌਂਠੇ ਨੂੰ ਰਹਿਣ ਦੇ ਬਾਅਦ ਫਿਰ ਲੰਗਰ ਲੱਗੇ ਹੋਣੇ, ਚਿੰਤਾ ਨਾ ਕਰ ਤੂੰ, ਮੈਂ ਅਸਤੀਫਾ ਦੇਣ ਤੇ ਜਾਣ। ਉਹ ਕਹਿੰਦੀ ਝੂਠਾ ਅਸਤੀਫਾ ਦੇਣ ਚੱਲਣਾ, ਉਹ ਵੀ ਤੂੰ ਪੰਥ ਰੋਕ ਲੇਗਾ, ਉਹਨੇ ਤੂੰ ਛੱਡ ਤੂੰ ਇਹ ਗੱਲ ਨੂੰ, ਮੈਨੂੰ ਅਸਤੀਫਾ ਦੇਣ ਦੇ। ਹੁਣ ਢੀਂਡਸਾ ਸਾਹਿਬ ਦੱਸਣ ਕਾਹਤੋਂ ਅਸਤੀਫਾ ਦੇਣਾ ਇਹਨਾਂ ਨੇ ਜੀ, ਕਾਹਤੋਂ ਅਸਤੀਫਾ ਦੇਣਾ ਇਹਨਾਂ ਨੇ। ਬਿਲਕੁਲ ਸਹੀ ਗੱਲ ਹੈ। ਮੈਂ ਤੁਹਾਡੀ ਕੋਈ ਟਿੰਡ ਤੇ ਮੈਂ ਤੁਹਾਡੀ ਪੌੜੀ ਵੀ ਕਾਹਤੋਂ ਅਸਤੀਫਾ ਦੇਣਾ। ਤੁਹਾਨੂੰ ਪਤਾ ਹੋਏਗਾ ਵੀ ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ 1999 ਦੇ ਵਿੱਚ ਕੀ ਹੋਇਆ ਸੀ ਜੀ। ਜਥੇਦਾਰ ਅਕਾਲ ਤਖਤ ਜਿਹੜਾ ਸੀ ਉਹ ਭਾਈ ਰਣਜੀਤ ਸਿੰਘ ਜੀ, ਤੇ ਭਾਈ ਰਣਜੀਤ ਸਿੰਘ ਨੇ 31 ਦਸੰਬਰ 1993 ਨੂੰ ਇੱਕ ਹੁਕਮਨਾਮਾ ਜਾਰੀ ਕੀਤਾ ਸੀ ਬਕਾਇਦਾ ਤੌਰ ਤੇ, ਵੇਖੋ ਆਪਣੇ ਘਰ ਵਿਆਹ ਰੱਖਿਆ 300 ਸਾਲਾਂ, ਤੇ ਅਕਾਲੀ ਆਗੂ ਨੂੰ ਮੈਂ ਇੱਕ ਆਦੇਸ਼ ਜਾਰੀ ਕਰਦਾ ਵੀ ਕਿਸੇ ਕਿਸਮ ਦਾ ਝਗੜਾ ਨਹੀਂ ਕਰਨਾ ਜੀ। 14 ਅਪ੍ਰੈਲ ਤੱਕ ਇਕੱਠੇ ਰਹੋ, 14 ਅਪ੍ਰੈਲ ਤੋਂ ਬਾਅਦ ਤੁਸੀਂ ਜੋ ਮਰਜ਼ੀ ਜੰਗ ਲਓ, ਮੈਂ ਬਿਲਕੁਲ ਇੰਟਰਫੀਅਰ ਨਹੀਂ ਕਰੂੰਗਾ। ਹੋਇਆ ਕੀ ਸੀ ਜਦੋਂ ਇਹ ਆਦਮਪੁਰ ਦੀ ਚੋਣ ਹਾਰਦੇ ਨੇ 5 ਵੋਟਾਂ ਦੇ ਉੱਤੇ, 97 ਸਰਕਾਰ ਬਣਦੀ ਥੰਬਸ ਆਫ ਮੈਜੋਰਟੀ ਨਾਲ ਜੀ, ਤੇ ਮਈ 98 ਵਿੱਚ 22 ਇਲੈਕਸ਼ਨ ਇੱਕ ਹੁੰਦੀ ਹੈ, ਜਿਹੜੇ ਹੁੰਦੇ ਸੀ ਸਰੂਪ ਸਿੰਘ ਬਾਪੂ ਦੀ ਡੈਥ ਹੋ ਗਈ ਸੀ ਤੇ ਉਹਦੀ ਜਗ੍ਹਾ ਦੇ ਉੱਤੇ ਇਲੈਕਸ਼ਨ ਤੋਂ ਹੋਈ ਤੇ ਅਕਾਲੀ ਉਮੀਦਵਾਰ ਕਵਲਜੀਤ ਸਿੰਘ ਲਾਲੀ 5 ਵੋਟਾਂ ਨਾਲ ਜਿੱਤ ਜਾਂਦਾ ਜੀ। ਉਹਦੇ ਤੋਂ ਜਥੇਦਾਰ ਟੌਹੜਾ ਨੇ ਇੱਕ ਛੋਟੇ ਜਿਹਾ ਬਿਆਨ ਦੇ ਦਿੱਤਾ ਸੀ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ। ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਬਤ ਹੋ ਗਿਆ ਵੀ 2 ਕੰਮ ਇਕੱਠੇ ਨਹੀਂ ਕਰ ਸਕਦੇ, ਤੇ ਆਪਣੇ ਕਿਸੇ ਸਿਪਾ ਸਲਾਰ ਆਪਣੇ ਕਿਸੇ ਖਾਸ ਬੰਦੇ ਨੂੰ ਗੁਰਦੇਵ ਸਿੰਘ ਬਾਦਲ ਵਰਗੇ ਨੂੰ ਐਕਟਿੰਗ ਪ੍ਰਧਾਨ ਨਾਲ ਲਾ ਲੈਣ, ਪ੍ਰਧਾਨ ਰਹਿਣ, ਐਕਟਿੰਗ ਪ੍ਰਧਾਨ ਲਾ ਲੈਣ, ਤਾਂ ਕਿ ਉਹ ਇਹਨਾਂ ਦੇ ਕਹਿਣ ਦੇ ਉੱਤੇ ਸਾਰਾ ਸੀ ਉਹ ਜਥੇਬੰਦੀ ਦਾ ਕੰਮ ਵੇਖ ਸਕੇ। ਇੰਨੇ ਬਿਆਨ ਦੇ ਉੱਤੋਂ ਢੀਂਡਸੇ ਹੋ ਰਹੀ, ਭੂੰਦੜ ਹੋ ਰਹੀ, ਇਹ ਸਾਰੇ ਇੰਨੇ ਕੁ ਭੜਕੇ ਸੀਗੇ
ਜੀ ਮੈਂ ਕਿਹਾ ਕੱਢੋ ਬਾਹਰ। ਭਾਈ ਰਣਜੀਤ ਸਿੰਘ ਨੂੰ ਆ ਕੇ ਬਕਾਇਦਾ ਤੌਰ ਤੇ ਪਹਿਲੀ ਵਾਰੀ ਹੋਇਆ ਕੋਈ ਜਥੇਦਾਰ ਨੂੰ ਆ ਕੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤਾਂ ਮਿਲੇ। ਅੱਜ ਦੇ ਜਥੇਦਾਰ ਤੇ ਉਹਨਾਂ ਦੇ ਘਰ ਜਾ ਕੇ ਬਰਾਂਡੇ 'ਚ ਬਾਹਰ ਬੈਠੇ ਹੁੰਦੇ, 2-2 ਘੰਟੇ ਬਾਅਦ ਆਵਾਜ਼ਬੰਦੀ ਹੁੰਦੀ ਵੀ ਅੰਦਰ ਆ ਜਾਓ ਤੁਸੀਂ। ਭਾਈ ਰਣਜੀਤ ਸਿੰਘ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅੰਮ੍ਰਿਤਸਰ ਦੇ ਡੀਸੀ ਹੁੰਦੇ ਸੀ, ਅਮਰਜੀਤ ਸਿੰਘ ਜੀ, ਉਹਨਾਂ ਨੂੰ ਕਹਿੰਦੇ ਜੀ ਭਾਈ ਸਾਹਿਬ ਕੋਲ ਟਾਈਮ ਲਓ, ਮਿਲਣਾ ਚਾਹੁੰਦਾ। ਉਹਨਾਂ ਦੇ ਬਾਦਲ ਸਾਹਿਬ ਮਿਲਣਾ ਚਾਹੁੰਦੇ ਆ, ਮੁੱਖ ਮੰਤਰੀ ਸਾਹਿਬ ਮਿਲੇ ਜੀ। ਉਹਨਾਂ ਨੇ ਬੜੇ ਤਰੀਕੇ ਤੇ ਸਲੀਕੇ ਨਾਲ ਸਮਝਾਇਆ ਉਹਨਾਂ ਨੂੰ, ਬਾਦਲ ਸਾਹਿਬ ਆਪਾਂ ਇਹ ਕੰਮ ਨਾ ਕਰੀਏ, ਇਹ ਘੱਟਾ ਆਪਣੀ ਮੁੜ ਕੇ ਜ਼ਿੰਦਗੀ ਪਰ ਆਪਣੇ ਸਿਰ 'ਚ ਪੈਂਦਾ ਰਹਿਣਾ ਤੇ ਬਾਅਦ ਦੇ ਵਿੱਚ ਸਾਡੇ ਸਿਰ ਪੜਾ ਲੋਕਾਂ ਨੇ ਜੀ ਇਤਿਹਾਸ ਨਹੀਂ ਬਖਸ਼ਣਾ। ਤੁਹਾਨੂੰ ਮੈਂ ਕਹਿਤਾ ਵੀ ਤੁਸੀਂ ਆ ਆਪਣਾ ਮਤਲਬ ਜੋ ਮਰਜ਼ੀ ਕਰੋ ਜੀ, 300 ਸਾਲ ਚੁੱਪ ਕਰੋ, ਇਹ ਇਕੱਠਾ ਬਣਾ ਲਈ ਆਪਾਂ ਜੀ। ਲੇਕਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉੱਥੇ ਹਾਮੀ ਭਰ ਕੇ ਜਾਂਦੇ ਸੀਗੇ। ਜਦੋਂ ਚੰਡੀਗੜ੍ਹ ਜਾਂਦੇ ਸੀ ਉੱਥੇ ਢੀਂਡਸੇ ਹੋਰੀ ਤੇ ਬਕਾਇਦਾ ਭੁੰਦਲੀ ਮਗਾਲੇ ਨਯਨ ਨਹੀਂ ਮਹਾ ਬਿਰਲਾ ਕਾਬੂ ਆ ਠੋਕਦੇ ਬਿੱਲੇ ਨੂੰ ਮੁੱਲਾ ਬਚੇ ਜੀ। 3 ਵਾਰੀ ਆ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਾਰੇ, 3 ਵਾਰੀ ਭਾਈ ਰਣਜੀਤ ਸਿੰਘ ਨੇ ਸਮਝਾਇਆ ਤੇ ਇੱਥੋਂ ਮੰਨ ਕੇ ਚੱਲ ਜਾ ਭਾਈ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਆ ਜੀ, ਤੁਸੀਂ ਦਰੂਸਤ ਤੋਂ ਜਥੇਦਾਰ ਜੀ ਏਦਾਂ ਹੀ ਕਰਾਂਗੇ ਆਪਾਂ, ਲੇਕਿਨ ਉੱਥੇ ਜਾ ਕੇ ਮੁੱਕ ਜਾਂਦੇ ਜੀ। ਇੱਕ ਅਖਬਾਰ ਨੇ ਜਿਹੜਾ ਸੀ ਉਦੋਂ ਇਹ ਬੜਾ ਵੱਡਾ ਰੋਲ ਨਿਭਾਇਆ ਟੌੜੇ ਨੂੰ ਬੱਜਰ ਕਢਾਉਣ ਜੀ। ਤੇ ਅਖੀਰ ਦੇ ਵਿੱਚ ਚੌਥੀ ਵਾਰੀ ਭਾਈ ਰਣਜੀਤ ਸਿੰਘ ਨੇ ਜਿਹੜਾ ਸੀ ਮਿਲਣ ਤੋਂ ਇਨਕਾਰ ਕਰਤਾ ਕਿ ਬਾਦਲ ਸਾਹਿਬ ਮੈਂ ਨਹੀਂ ਮਿਲਣਾ ਤੁਹਾਨੂੰ, ਤੁਸੀਂ ਜੋ ਕਰਨਾ ਕਰ ਲਓ ਜੀ। ਤੇ 31 ਦਸੰਬਰ 1998 ਨੂੰ ਬਕਾਇਦਾ ਤੌਰ ਤੇ ਹੁਕਮਨਾਮਾ ਜਾਰੀ ਕਰਤਾ ਤੇ ਅਜਿਹੀ ਜਾਰੀ ਕਰਤਾ ਕਿ ਜਿਹੜਾ ਹੁਕਮ ਦੀ ਉਲੰਘਣਾ ਕੋਈ ਕਾਰਵਾਈ ਕੀਤੀ ਜਾਵੇ ਜੀ। ਸਰਕਾਰ ਆਪਣੇ ਕੋਲੇ, ਮੈਂਬਰ ਆਪਣੇ ਕੋਲੇ। ਤੇ ਫਿਰ ਪਹਿਲਾਂ ਭਾਈ ਰਣਜੀਤ ਸਿੰਘ ਨੇ ਜਿਹੜਾ 11 ਫਰਵਰੀ 1999 ਨੂੰ ਸੱਦਿਆ ਸੀ, ਬਰਜਿੰਦਰ ਸਿੰਘ ਨੂੰ ਬੁਲਾਇਆ ਸੀ ਹੋਈ ਵੀ ਤੁਸੀਂ ਆਰਟੀਕਲ ਜੋ ਬੈਨ ਕੀਤਾ ਤੁਸੀਂ ਕਿਉਂ ਲਿਖਿਆ, ਜੀ। ਨਾਲ ਮੇਜਰ ਸਿੰਘ ਪੱਤਰਕਾਰ ਨੂੰ ਬੁਲਾਇਆ ਸੀ ਜੀ। ਇਹਨਾਂ ਨੇ ਫਿਰ ਪ੍ਰਪੰਚ ਰੱਖ ਕੇ ਇਹਨਾਂ ਨੂੰ ਗਾਈਡ ਕਰਨ ਵਾਲਾ ਸੀ ਕੁਲਵੰਤ ਸਿੰਘ ਸੈਕਟਰੀ ਐਸਜੀਪੀਸੀ, ਜਿਹੜਾ ਬਾਅਦ ਬੜਾ ਪਛਤਾਇਆ ਤੇ ਮੈਂ ਗਲਤ ਕੀਤਾ ਜੀ। 10 ਫਰਵਰੀ 1999 ਨੂੰ ਭਾਈ ਰਣਜੀਤ ਸਿੰਘ ਨੂੰ ਸਸਪੈਂਡ ਕੀਤਾ ਜਾਂਦਾ ਜੀ। ਉਸੇ ਦਿਨ ਗਿਆਨੀ ਮੋਹਨ ਸਿੰਘ ਨੂੰ ਐਕਟਿੰਗ ਜਥੇਦਾਰ ਲਾਇਆ ਜਾਂਦਾ ਤੇ ਗਿਆਨੀ ਮੋਹਨ ਸਿੰਘ ਪਹਿਲਾਂ ਤੇ ਮੰਨ ਜਾਂਦੇ, ਮੁੜ ਕੇ ਇਨਕਾਰ ਕਰ ਦਿੰਦੇ ਕਿ ਵਿਦੇਸ਼ਾਂ ਤੋਂ ਫੋਨ ਬੜੇ ਆ ਗਏ ਸੀ ਵੀ ਜੇ ਤੂੰ ਪ੍ਰਧਾਨ ਬਣਿਓ ਤਾਂ ਆਪਣਾ ਪੜਿਆ ਵਿਚਾਰ ਜਥੇਦਾਰ ਪੜਿਆ ਵਿਚਾਰ ਜੀ। ਬਕਾਇਦਾ ਤੌਰ ਤੇ ਇੱਕ ਹੈਲੀਕਾਪਟਰ ਭੇਜਿਆ ਜਾਂਦਾ ਵੀ ਗਿਆਨੀ ਪੂਰਨ ਸਿੰਘ ਲੱਭ ਕਰਿਓ ਕਿੱਥੇ ਨੇ ਜੀ। ਉਹ ਕੋਈ ਹੋਰ ਪੂਰਨ ਜੋ ਲੈ ਉਹਦੇ ਉਹ ਨਹੀਂ, ਉਹ ਦੂਜਾ ਪੂਰਨ ਸਿੰਘ, ਉਹ ਪੂਰਨ ਸਿੰਘ ਨੂੰ ਲੈ ਤੇ ਗਿਆਨੀ ਪੂਰਨ ਸਿੰਘ ਨੂੰ ਬਕਾਇਦਾ ਤੌਰ ਤੇ ਫਿਰ ਸਰਕਟ ਹਾਊਸ ਦੇ ਸਰੂਪੇ ਦੇਖ ਕੇ ਐਕਟਿੰਗ ਜਥੇਦਾਰ ਲਾਇਆ ਗਿਆ ਸੀ ਜੀ। ਤੇ ਜਦੋਂ ਉਹਦੀ ਤਾਜਪੋਸ਼ੀ ਹੋਈ ਸੀ ਤੇ ਸਾਡੇ ਹੈੱਡ ਗ੍ਰੰਥੀ ਗਿਆਨੀ ਮੋਹਨ ਸਿੰਘ ਨੇ ਸਰੂਪਾ ਦੇਣ ਤੋਂ ਇਨਕਾਰ ਕਰਤਾ ਸੀ, ਲੇਕਿਨ ਸਾਡੀਆਂ ਰਵਾਇਤਾਂ ਦੇ ਮੁਤਾਬਕ ਇਹ ਰਵਾਇਤ ਸਾਡੀ ਜੀ ਤੇ ਜਿਹੜਾ ਵੀ ਜਥੇਦਾਰ ਅਪੁਆਇੰਟ ਹੁੰਦਾ ਵਾ ਉਹਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਪਹਿਲਾਂ ਸਰੂਪਾ ਦਿੰਦਾ ਤੇ ਫਿਰ ਉਹਨੂੰ ਮਾਨਤਾ ਦਿੰਦੀ, ਬਾਅਦ ਵਿੱਚ ਬਾਕੀ ਜਥੇਬੰਦੀ ਦਿੰਦੀ ਹੈ ਜੀ। ਉਹਨੇ ਇਨਕਾਰ ਕਰਤਾ ਸੀ, ਉਹ ਦੂਰੀ ਰਹੀ ਸੀ ਉਹਦੀ ਐਕਟਿੰਗ ਜਿਹੜਾ ਸਾਡਾ ਐਡੀਸ਼ਨਲ ਹੈੱਡ ਗ੍ਰੰਥੀ ਸੀ ਉਹਨੇ ਦਿੱਤਾ ਸਰੂਪਾ। तो भाई रंजीत सिंह ने यह कर दिता ते इन्हां दे विच ढींडसे होना, बलविंदर भुंदल होना, इन्हां सारे ने बड़ा जोर ला के बादल साहब मजबूर करता भी कड्डो तोड़े नूं। 10 फरवरी ਨੂੰ ਇਹਨੂੰ ਕਰ ਦਿੱਤਾ ਗਿਆ ਤੇ 23 ਮਾਰਚ ਨੂੰ ਬਕਾਇਦਾ ਤੌਰ ਤੇ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਦਾ ਗਿਆ ਤੇ ਟੋੜਾ ਸਾਹਿਬ ਨੇ ਪਹਿਲਾਂ ਸੇਵਾ ਦੇਣ ਦੇ ਬਾਵਜੂਦ ਜਲੀਲ ਕਰਕੇ ਕੱਢਿਆ ਸੀ। ਜੀ ਜੀ। ਇਸ ਕਰਕੇ ਢੀਂਡਸਾ ਸਾਹਿਬ ਆਪਣੀ ਪੀੜੀ ਥੱਲੇ ਪਹਿਲਾਂ ਸੋਟਾ ਫੇਰ ਲਓ, ਤੁਸੀਂ ਕੋਈ ਚਾਹੀਦਾ ਕੰਮ ਕੀਤਾ ਕਾਤੋਂ ਸੇਵਾ ਦੇਣ ਲੱਗੇ ਤੁਸੀਂ? ਜੀ ਬਿਲਕੁਲ। ਸੰਯੁਕਤ ਅਕਾਲੀ ਦਲ ਤੁਸੀਂ ਵੀ ਹੋ ਜੀ ਕੋਈ ਨਹੀਂ ਹੈਗੀ, ਕਿਹਨੂੰ ਸੇਵਾ ਦਿਓਗੇ? ਪ੍ਰਧਾਨ ਜੀ ਤੁਸੀਂ ਕਿਸੇ ਵਾਲੀ ਨਹੀਂ ਤੁਸੀਂ। ਇਹੋ ਜਿਹੇ ਡਰਾਮੇਬਾਜ਼ੀਆਂ ਛੱਡੋ ਤੇ ਜੇ ਕੋਈ ਕੰਮ ਕਰਨਾ ਤੇ ਕੌਮ ਵਾਸਤੇ ਕਰੋ ਜੀ। ਇੱਕ ਕਾਲਰ ਸਾਡੇ ਨਾਲ ਨੇ ਜੀ। ਹੈਲੋ, ਸਵਾਗਤ ਹੈ ਜੀ ਪ੍ਰੋਗਰਾਮ। ਹੈਲੋ ਹੈਲੋ ਸਵਰਨ ਸਿੰਘ ਵੱਡੇ ਭਰਾ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਸਵਰਨ ਸਿੰਘ, ਸਤਿ ਸ੍ਰੀ ਅਕਾਲ ਸਵਰਨਜੀਤ ਸਿੰਘ ਜੀ ਵੱਲੋਂ ਵੀ ਜੀ। ਸਵਰਨ ਸਿੰਘ ਨਹੀਂ ਹੋ ਗਏ, ਜਸਵੀਰ ਸਿੰਘ ਪੱਟੀ ਤੇ ਸਰਦਾਰ ਦਲਜੀਤ ਸਿੰਘ ਬਰਾੜ ਨੇ ਪੱਟੀ ਸਾਹਿਬ ਵੱਡੇ ਭਰਾ, ਸਤਿ ਸ੍ਰੀ ਅਕਾਲ ਸਵਰਨ ਨੂੰ ਵੀ, ਦੋਨਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਗੁਰਦੀਪ ਬੋਲਦਾ ਸੇਲਵਰਾ ਤੋਂ, ਕੋਸਾ ਗੁਰਦੀਪ। ਜੀ 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 ਗੁਰਦੀਪ ਜੀ ਬੋਲੋ। ਕਈ ਵਾਰੀ ਫੋਨ ਕਰਨ ਦੀ ਕੋਸ਼ਿਸ਼ ਕੀਤੀ ਭਰਾਵੋ, ਫੋਨ ਚੱਕਿਆ ਨਹੀਂ, ਜਵਾਬ ਦਿੱਤਾ ਨਹੀਂ। ਤੁਸੀਂ ਵੱਡੇ ਹੋ, ਮੈਂ ਕੀ ਕਰ ਸਕਦਾ। ਦੇਖੋ ਚੁੱਕਿਆ। ਇੱਕ ਗੱਲ ਸੁਣ ਲਓ ਸਵਰਨ ਸਿੰਘ ਜੀ, ਮੈਂ ਬਖਤੌਰ ਨਾਲ ਵੀ ਗੱਲ ਹੋਈ ਸੀ, ਉਹਨਾਂ ਨੇ ਗੱਲ ਦਾ ਜਵਾਬ ਨਹੀਂ ਦਿੱਤਾ। ਇੱਕ ਗੁਰਿੰਦਰ ਢਿੱਲਾ ਇਟਲੀ ਵਾਲਾ ਭਗਤੇ ਭਾਈਕਾ ਜੀ,
ਉਹ ਪੀੜਤ ਹੈ ਪੰਜਾਬ ਸਰਕਾਰ ਤੋਂ ਜਾਂ ਇਹਨਾਂ ਤੋਂ। ਤੇ ਮੈਂ ਵੀ ਪੀੜਤਾਂ ਭਰਾਵਾ ਉਸੇ ਕੇਸ ਦੇ ਵਿੱਚ, ਪਰ ਮੇਰੀ ਕਿਸੇ ਨੇ ਸੁਣੀ ਨਹੀਂ, ਨਾ ਬਖਤੌਰ ਢਿੱਲੋਂ ਨੇ ਸੁਣੀ, ਨਾ ਜਸਵੀਰ ਪੱਟੀ ਦਾ ਭਰਾਵਾ ਅੰਮ੍ਰਿਤਸਰ ਦੂਜੇ ਪਾਸੇ ਬੈਠਾ, ਤੇ ਸਵਰਨ ਸਿਆ ਤੈਨੂੰ ਕਈ ਵਾਰੀ ਗੱਲ ਕਰੀ, ਮੈਂ ਤੈਨੂੰ ਮਿਲਣਾ, ਤੂੰ ਭਰਾਵਾ ਫੋਨ ਨਹੀਂ ਚੱਕਦਾ, ਬਸ ਉਹ ਤੋਂ ਬਾਅਦ ਨੰਬਰ ਦੇ ਦੇ, ਇਸ ਤੋਂ ਬਾਅਦ ਮੈਂ ਨਹੀਂ ਕੁਛ ਕਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਤੁਹਾਡਾ ਸੁਨੇਹਾ ਜਿਹੜਾ ਹੈ ਉਹ ਸਵਰਨ ਦਾਨੇਵਾਲੀਆ ਸਾਹਿਬ ਤੱਕ ਪਹੁੰਚ ਗਿਆ। ਗੁਰਦੀਪ ਸਿੰਘ ਖੋਸਾ ਜੀ ਜ਼ਰੂਰ ਤੁਹਾਡੇ ਨਾਲ ਸੰਪਰਕ ਕਰਨਗੇ। ਵੋਟਾਂ ਦੀ ਗਿਣਤੀ ਦੇ ਵਿੱਚ ਮਸਰੂਫੀਆਤ ਬਹੁਤ ਹੁੰਦੀਆਂ ਨੇ ਪੱਤਰਕਾਰਾਂ ਦੀਆਂ, ਉਹ ਸਾਡੇ ਪੱਤਰਕਾਰ ਭਰਾ ਸਾਰੇ ਹੀ ਜਿਹੜੇ ਆ ਉਹ ਅੱਜ ਉਸ ਦਾ ਥਕੇਵਾਂ ਵੀ ਲਾ ਰਹੇ ਆ, ਅਤੇ ਨਾਲ ਨਾਲ ਅਗਲੇ ਦਿਨ ਦੀ ਪੱਤਰਕਾਰਤਾ ਵੀ ਜਾਰੀ ਰਹਿੰਦੀ ਹੈ। ਅਤੇ ਪੱਟੀ ਸਾਹਿਬ ਅਸਤੀਫੇ ਤੋਂ ਬਾਅਦ ਗੱਲ ਆ ਜਾਂਦੀ ਹੈ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪ੍ਰਧਾਨਗੀ ਦਾ ਫੈਸਲਾ, ਕਹਿੰਦੇ 14 ਮਾਰਚ ਨੂੰ ਕੋਰ ਕਮੇਟੀ ਦੀ ਮੀਟਿੰਗ ਵਿੱਚ ਹੋਣਾ। ਸੁਖਬੀਰ ਸਿੰਘ ਬਾਦਲ ਸਾਹਿਬ ਨੇ ਅੱਜ ਆਪਣੇ ਗ੍ਰਹਿ ਵਿਖੇ ਪਿੰਡ ਬਾਦਲ ਵਿਖੇ ਪ੍ਰੈਸ ਕਾਨਫਰੰਸ ਵੀ ਸੱਦੀ, ਉਹਦੇ 'ਚ ਜ਼ਿੰਮੇਵਾਰੀ ਤਾਂ ਲੈ ਲਈ ਕਿ ਜਰਨੈਲ ਮੈਂ ਸੀ ਅਤੇ ਫੌਜ ਹਾਰ ਗਈ। ਅਤੇ ਅੱਗੇ ਕੀ ਕਹਿਣਾ ਚਾਹੋਗੇ? ਵੇਖੋ, ਜਿੱਥੋਂ ਤੱਕ ਸਰਦਾਰ ਸੁਖਬੀਰ ਸਿੰਘ ਦੀ ਗੱਲ ਹੈ ਜੀ, ਉਹਨਾਂ ਜ਼ਿੰਮੇਵਾਰੀ ਲਈ ਆ, ਬੜੀ ਚੰਗੀ ਗੱਲ ਜੀ, ਲੈਣੀ ਵੀ ਚਾਹੀਦੀ ਜ਼ਿੰਮੇਵਾਰੀ। ਪ੍ਰਧਾਨ ਦੀ ਡਿਊਟੀ ਬਣਦੀ ਹੈ, ਜੇ ਚੰਗਾ ਹੋ ਗਿਆ ਤਾਂ ਵੀ ਪ੍ਰਧਾਨ ਦਾ ਨਾਂ ਬਣਦਾ, ਤੇ ਜੇ ਕਦੀ ਮਾੜਾ ਹੋ ਗਿਆ ਤਾਂ ਵੀ ਪ੍ਰਧਾਨ ਦੀ ਸਰੀ ਠੀਕ ਹੈ ਪਤਾ ਜਾਣਾ ਜੀ। ਪਹਿਲੀ ਗੱਲ ਤੇ ਉਹਨਾਂ ਨੂੰ ਇਹ ਮਾਫੀ ਮੰਗਣੀ ਪਊਗੀ ਕਿ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਚੋਣ ਲੜਾ ਕੇ ਗਲਤੀ ਕੀਤੀ ਹੈ। ਬਿਲਕੁਲ ਸਹੀ ਗੱਲ ਹੈ ਜੀ, ਇਹ ਬਲੰਡਰ ਗਲਤੀ ਸੀ ਇਹਨਾਂ ਦੀ। ਇਹਨਾਂ ਨੂੰ ਮੈਂ ਪਹਿਲਾਂ ਵੀ ਕਿਹਾ, ਇਹਨਾਂ ਨੂੰ ਦੁੱਖ ਹੋਇਆ ਨਹੀਂ ਹੋਇਆ, ਮੈਨੂੰ ਇਸ ਗੱਲ ਦਾ ਦੁੱਖ ਆ ਵੀ ਇਹੋ ਜਿਹੇ ਕੱਦ ਪੁੱਤਰ ਦਾ ਬੰਦਾ ਜਿਹੜਾ ਵਾ ਨਾ ਏਦਾਂ ਹਰੇ, ਉਹ ਚੰਗਾ ਨਹੀਂ। ਬਿਲਕੁਲ ਜੀ। ਔਰ ਮੇਰਾ ਖਿਆਲ ਹੈ ਵੀ ਐਤਕੀ ਬਹੁਤ 1972 ਤੋਂ ਲੈ ਕੇ ਲੈ ਜਾਓ ਤੁਸੀਂ, ਸੌਰੀ 1969 ਤੋਂ ਲੈ ਲਓ ਜੀ। 1969 ਤੋਂ ਲੈ ਕੇ ਜਦੋਂ ਪੰਜਾਬ ਦਾ ਪੁਨਰ ਗਠਨ ਹੋਇਆ, ਉਦੋਂ ਤੋਂ ਲੈ ਕੇ ਇੱਕ 1992 ਤੇ 1997 ਤੱਕ ਜਿਹੜਾ 5 ਸਾਲ ਦਾ ਟਰਨਓਵਰ ਸੀ, ਜਦੋਂ ਅਕਾਲੀ ਦਲ ਨੇ ਬਾਈਕਾਟ ਕੀਤਾ ਸੀ ਜੀ, ਉਦੋਂ ਤੋਂ ਲੈ ਕੇ ਅੱਜ ਤੱਕ ਹਰ ਅਸੈਂਬਲੀ ਦੇ ਵਿੱਚ ਬਾਦਲ ਪਰਿਵਾਰ ਦਾ ਕੋਈ ਨਾ ਕੋਈ ਪਰਿਵਾਰ ਦਾ ਮੈਂਬਰ ਰਿਹਾ ਜੀ। ਪਹਿਲੀ ਵਾਰੀ ਵਿਧਾਨ ਸਭਾ ਜਿਹੜੀ ਉਹ ਬਾਦਲ ਪਰਿਵਾਰ ਮੁਕਤ ਹੋਈ ਜੀ। ਹੁਣ ਜਿਹੜੀ ਗੱਲ ਸੁਖਬੀਰ ਸਿੰਘ ਬਾਦਲ ਨੇ ਕੀਤਾ ਕਿ ਵੇਖੋ ਅਸੀਂ ਨਾ ਜ਼ਿੰਮੇਵਾਰੀ ਲੈਣਾ, ਬਹੁਤ ਚੰਗੀ ਗੱਲ, ਤੁਸੀਂ ਫਤਵਾ ਦਿੱਤਾ, ਲੋਕਾਂ ਦੇ ਫਤਵੇ ਨੂੰ ਕਿਹਾ ਸਿਰ ਝੁਕਾ ਕੇ ਪ੍ਰਵਾਨ ਕਰਦੇ ਜੀ। ਤੁਸੀਂ ਇਹ ਵੀ ਕਿਹਾ ਵੀ ਜਨਤਾ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ ਜੀ। ਉਹਨਾਂ ਕਿ ਇਹਨਾਂ ਚੋਣਾਂ ਤੇ ਮੰਥਨ ਕਰਨ ਲਈ ਤੁਸੀਂ ਕੋਰ ਕਮੇਟੀ ਦੀ 14 ਤਰੀਕ ਨੂੰ ਮੀਟਿੰਗ ਸੱਦੀ ਜੀ। ਲੇਕਿਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਾਲ ਤੁਸੀਂ ਵਧਾਈ ਦਿੱਤੀ, ਆਮ ਬਾਤ ਕਰੀ, ਚੰਗੀ ਗੱਲ ਹੈ, ਤੁਹਾਡੀ ਡਿਊਟੀ ਬਣਦੀ ਸੀ ਜੀ। ਅਗਲੀ ਗੱਲ ਤੁਸੀਂ ਜਿਹੜੀ ਕੀਤੀ ਹੈ, ਤੁਸੀਂ ਕਿਹਾ ਜੀ ਅਸੀਂ ਚੋਣ ਹਾਰ ਗਏ ਆ, ਲੇਕਿਨ ਸਾਡੇ ਕੋਲ ਤਜਰਬਾ ਬਹੁਤ ਆ ਜੀ। ਸਾਡੇ ਕੋਲ ਜੇ ਕੋਈ ਗਾਈਡਲਾਈਨ ਲੈਂਦਾ ਤਾਂ ਲੈ ਲਵੇ। ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜਿਨ੍ਹਾਂ ਨੇ 93-92 ਸੀਟਾਂ ਜਿੱਤੀਆਂ ਨੇ, ਉਹ ਤਜਰਬੇ ਤੋਂ ਬਗੈਰ ਜਿੱਤ ਗਏ ਨੇ ਜੀ। ਜਾਂ ਤੁਹਾਡੇ ਕੋਲ ਮੰਗੇ ਕੋਈ ਆਪਣੀ ਸਹਾਇਤਾ ਵੀ ਸਾਨੂੰ ਗਾਈਡ ਕਰੋ। ਹਾਂ, ਵੱਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਕਹਿ ਸਕਦੇ ਆ, ਉਹਨਾਂ ਦੇ ਕੋਲੇ ਭਗਵੰਤ ਸਿੰਘ ਮਾਨ ਆਸ਼ੀਰਵਾਦ ਲੈਣ ਆਉਂਦੇ, ਤੂੰ ਕਹਿੰਦੇ ਕਾਕਾ ਤਕੜੇ ਜੋ ਕੋਈ ਗੱਲ ਬਿਲਕੁਲ ਚੰਗੀ ਗੱਲ। ਉਹ ਕੈਪਟਨ ਅਮਰਿੰਦਰ ਸਿੰਘ ਕੋਲ ਜਾਂਦੇ, ਉਹ ਵੀ ਕਾਂਗਰਸ ਸਿਆਸਤ, ਠੀਕ ਹੈ, ਜਾਣਾ ਚਾਹੀਦਾ, ਸਾਡੀ ਸਿਆਸੀ ਲੜਾਈ ਜਾਤੀ 'ਚ ਕੋਈ ਹੈ ਹੀ ਨਹੀਂ। ਬਿਲਕੁਲ ਜੀ। ਲੇਕਿਨ ਤੁਸੀਂ ਕਾਹਦੇ ਤਜਰਬੇ ਦੀ ਗੱਲ ਕਰਦਾ, ਕਿਸੇ ਮੰਗੀ ਹੋਵੇ, ਰਾਏ ਮੰਗੀ, ਫਿਰ ਤੁਸੀਂ ਦਿਓ। ਜੋ ਰਾਏ ਮੰਗੀ ਕਿਸੇ ਨਹੀਂ, ਫਿਰ ਤੁਸੀਂ ਆਪਣੀ ਕਹਾਣੀ ਆਪਣੀ ਝੜ ਰਹੇ ਹੋ ਸਿਆਸੀ ਕੋਲ। ਬਿਲਕੁਲ। ਦੂਸਰੀ ਚੀਜ਼, 14 ਤਰੀਕ ਨੂੰ ਦਲਜੀਤ ਸਿੰਘ ਚੀਮੇ ਦਾ ਪ੍ਰੈਸ ਨੋਟ ਆਇਆ ਤੇ 14 ਨੂੰ ਅਸੀਂ ਕੋਰ ਕਮੇਟੀ ਦੀ ਮੀਟਿੰਗ ਬੁਲਾ ਲਈ ਜੀ। ਅਕਾਲੀ ਦਲ ਦਾ ਇਤਿਹਾਸ ਗਵਾਹ ਵਾ ਵੀ ਜਦੋਂ ਵੀ ਪਾਰਟੀ ਹਰਦੀ ਆ, ਪ੍ਰਧਾਨ ਅਸਤੀਫਾ ਦਿੰਦਾ ਰਿਹਾ ਜੀ। ਲੇਕਿਨ ਪਿਛਲੀ ਵਾਰੀ 2017 ਦੇ ਵਿੱਚ ਜਦੋਂ ਪਾਰਟੀ ਹਰੀ ਸੀ, ਬਕਾਇਦਾ ਤੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਪਾਰਟੀ 'ਚ ਇੱਕ ਦਿਨ ਘੰਟਾ ਲੇਟ ਆਏ ਤੇ ਕੁਰਸੀ ਤੋਂ ਬਹਿਣ ਤੋਂ ਪਹਿਲਾਂ ਕਹਿੰਦੇ ਜੀ ਮੈਂ ਇੱਕ ਪ੍ਰਪੋਜ਼ਲ ਬਣਾ ਕੇ ਲਿਆ ਵੀ ਆਪ ਗਾਂਹ ਕੀ ਕਰਨਾ ਜੀ। ਸਰਦਾਰ ਰਣਜੀਤ ਸਿੰਘ ਬਰਮਪੁਰਾ ਨੇ ਕਿਹਾ ਸਰਦਾਰ ਸੁਖਬੀਰ ਸਿੰਘ ਗੱਲ ਮੇਰੀ ਧਿਆਨ ਨਾਲ ਸੁਣ ਲਾ ਜੀ। ਸਾਡੀ ਇੱਕ ਰਵਾਇਤ ਰਹੀ ਆ ਕਿ ਜਦੋਂ ਵੀ ਪਾਰਟੀ ਹਰਦੀ ਆ, ਪ੍ਰਧਾਨ ਅਸਤੀਫਾ ਪੇਸ਼ਕਸ਼ ਕਰਦਾ ਗਾ, ਉਹਨੂੰ ਪ੍ਰਵਾਨ ਕਰਨਾ ਜਾਂ ਨਾ ਕਰਨਾ ਉਹ ਐਗਜ਼ੈਕਟਿਵ ਦੀ ਜ਼ਿੰਮੇਵਾਰੀ ਜੀ। ਤੇ ਸਰਦਾਰ ਸੁਖਬੀਰ ਸਿੰਘ ਉੱਠ ਕੇ ਨਾਰਾਜ਼ ਹੋ ਕੇ ਤੇ ਮੋਟੇ ਗੰਡੇਡੂ ਬੁਗਾਉਂਦਾ ਉੱਠ ਕੇ ਚਲਾ ਗਿਆ ਸੀ ਜੀ। ਉਹਨੂੰ ਮਨਾਉਣ ਵਾਸਤੇ ਕੌਣ ਗਿਆ ਸੀ? ਸੁੱਚਾ ਸਿੰਘ ਲੰਗਾ ਤੇ ਬੀਬੀ ਜਗੀਰ ਕੌਰ ਜੀ।
ਜਦੋਂ ਮਨਾ ਕੇ ਵਾਪਸ ਲੈ ਵੀ ਅਸਤੀਫਾ ਵਾਪਸ ਨਹੀਂ ਲੈਂਦੇ, ਫਿਰ ਬ੍ਰਹਮਪੁਰ ਸਭ ਚੁੱਪ ਕਰ ਗਏ, ਕੋਈ ਗੱਲ ਨਹੀਂ, ਠੀਕ ਹੈ ਜੀ, ਜੇ ਕੋਰ ਕਮੇਟੀ ਨੂੰ ਨਹੀਂ ਮਨਜ਼ੂਰ ਤੇ ਆਪਾਂ ਤਾਂ ਦੱਸਦਾ ਵੀ ਤਾਂ ਸਾਡੀ ਰਵਾਇਤ ਰਹੀ ਹੈ। ਜੀ ਜੀ, ਇਸ ਵੇਲੇ ਵੀ ਇਹ ਜਾਣਕਾਰੀ ਮਿਲੀ ਆ ਵੀ ਬਕਾਇਦਾ ਤੌਰ ਤੇ ਸਰਦਾਰ ਸੁਖਬੀਰ ਸਿੰਘ ਹੋਰੀ ਰਿਜ਼ਾਈਨ ਕਰਨ ਦਾ ਡਰਾਮਾ ਕਰਨਗੇ ਜੀ, ਤੇ ਬਾਕੀ ਬੰਦੇ ਇਹ ਕਹਿਣਗੇ ਨਹੀਂ ਜੀ ਤੁਹਾਡੇ ਤੋਂ ਬਗੈਰ ਤਾਂ ਅਕਾਲੀ ਦਲ ਚੱਲਦਾ ਹੀ ਨਹੀਂ, ਪਾਰਟੀ ਚੱਲਦੀ ਨਹੀਂ, ਤੁਸੀਂ ਅਸਤੀਫਾ ਬਿਲਕੁਲ ਨਾ ਦਿਓ ਜੀ, ਤੁਸੀਂ ਕੰਮ ਚਲਾਓ ਜੀ। ਜੀ ਠੀਕ ਆ, ਉਹ ਕੋਰ ਕਮੇਟੀ ਦਾ ਅਧਿਕਾਰ। ਆਮ ਵਰਕਰ ਨੂੰ ਪੁੱਛੇਗਾ ਤਾਂ ਕਹੂਗੇ ਜੀ ਜਲਦੀ ਤੋਂ ਦਿਨ ਨਾ ਚੜ ਜਾਓ, ਫਟਾਫਟ ਪ੍ਰਧਾਨ ਬਦਲੋ, ਕੋਈ ਚਾਹੀਦਾ ਪ੍ਰਧਾਨ ਬਣਾਓ। ਇਹ ਗੱਲ ਹੈ। ਬਿਲਕੁਲ। 2 ਵਾਰੀ ਪਾਰਟੀ ਹਾਰ ਗਈ, 3 ਵਾਰੀ ਹਾਰ ਗਈ ਹੈ। ਲੋਕ ਸਭਾ ਚੋਣਾਂ ਦੇ ਵਿੱਚ 2 ਸੀਟਾਂ ਮਿਲੀਆਂ ਸਾਨੂੰ, ਬਾਕੀ ਹਾਰ ਗਏ ਸਾਰੀਆਂ। ਇਸ ਕਰਕੇ ਸੁਖਬੀਰ ਸਿੰਘ ਬਾਦਲ ਹੁਣ ਇਹ ਫਤਵਾ ਪ੍ਰਵਾਨ ਕੀਤਾ, ਕਰਨਾ ਹੀ ਪੈਣਾ, ਨਾ ਵੀ ਕਰੋ ਤਾਂ ਕਰਨਾ ਹੀ ਪੈਣਾ ਉਹ ਤੇ। ਜੀ ਬਿਲਕੁਲ। ਹੁਣ 14 ਨੂੰ ਵੇਖੋ ਇਹ ਡਰਾਮਾ ਹੁੰਦਾ ਕਿ ਨਹੀਂ ਹੁੰਦਾ, ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਕੇ ਘਰ ਨੂੰ ਆ ਜਾਂਦੇ ਆ, ਜਾਂ ਕੋਈ ਕਮੇਟੀ ਬਣਾਉਂਦੇ ਆ, ਜਾਂ ਫਿਰ ਉਹ ਕਹਿ ਦੇਣਗੇ ਕੋਰ ਕਮੇਟੀ ਵਾਲੇ ਨਹੀਂ ਜੀ, ਨਹੀਂ ਤੁਸੀਂ ਸੁਖਬੀਰ ਸਿੰਘ ਬਾਦਲ ਜੀ ਤੁਹਾਡੇ ਵਰਗਾ ਤਾਂ ਬੰਦਾ ਹੀ ਕੋਈ ਨਹੀਂ, ਤੁਸੀਂ ਜਾਰੀ ਰੱਖੋ ਇਹਨੂੰ। ਉੱਥੇ ਕੋਰ ਕਮੇਟੀ ਦੇ ਵਿੱਚ ਕੋਈ ਬੰਦੇ ਦੀ ਕਿਸੇ ਦੀ ਜ਼ਮੀਰ ਜਾਗਦੀ ਕਿ ਨਹੀਂ ਜਾਗਦੀ, ਹੁਣ 14 ਨੂੰ ਵੇਖਾਂਗੇ ਜੀ। ਅਗਲੀ ਗੱਲ ਆਉਂਦੀ ਹੈ ਜੀ ਨਵਜੋਤ ਸਿੱਧੂ ਹੋਰਾਂ ਦੀ, ਸਭ ਕੁਝ ਲੁਟਾ ਕੇ ਹੋਸ਼ ਮੇ ਆਏ ਤਾਂ ਕਿਆ ਆਏ। ਸਿੱਧੂ ਨੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ, ਕੀ ਕਹਿਣਾ ਚਾਹੋਗੇ? ਵੇਖੋ ਜੀ, ਸਰਦਾਰ ਨਵਜੋਤ ਸਿੰਘ ਸਿੱਧੂ ਜੇ ਕਿਤੇ ਇਹੋ ਹੀ ਕੰਮ ਜਿਹੜਾ ਅੱਜ ਕੀਤਾ ਪਹਿਲਾਂ ਕਰਦੇ, ਲੋਕਾਂ ਦੇ ਵਿੱਚ ਰਹਿੰਦੇ, ਲੋਕਾਂ ਦੀ ਗੱਲ ਸੁਣਦੇ। ਕੱਲ ਸਵੇਰੇ ਜਦੋਂ ਗਿਣਤੀ ਸ਼ੁਰੂ ਹੋਈ ਹੈ ਤੇ ਪਹਿਲਾਂ ਇਹ ਥੋੜਾ ਜਿਹਾ ਅੱਗੇ ਗਏ ਨੇ ਸ਼ਹਿਰੀ ਖੇਤਰ ਦੇ ਵਿੱਚੋਂ, ਤੇ ਇਹ ਇਹਨਾਂ ਦੇ ਘਰ ਲੋਕ ਪਹੁੰਚ ਗਏ ਜੀ। ਤੇ ਜਦੋਂ ਹਰਨੇ ਸ਼ੁਰੂ ਹੋ ਗਏ ਤੇ ਫਿਰ ਉਸੇ ਕੋਠੀ ਦੇ ਬਾਹਰ ਛਲਾਕਾ ਛਾ ਗਿਆ, ਉਹ ਸਾਰੇ ਭੱਜ ਗਏ, ਉੱਥੋਂ ਛੱਡ ਗਏ। ਬਿਲਕੁਲ ਜੀ। ਤੇ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਉਦੋਂ ਅਹਿਸਾਸ ਹੋਇਆ ਕਿ ਭਾਈ ਸੱਤਾ ਕੀ ਹੁੰਦੀ। ਜੀ ਬਿਲਕੁਲ। ਇਹਨਾਂ ਦੇ ਫਿਰ ਨਿਰਾਸ਼ਾ ਦੇ ਆਲਮ ਦੇ ਵਿੱਚ ਮੈਂ ਇੱਕ ਥੋੜੀ ਜਿਹੀ ਗੱਲ ਹੋਰ ਸਪਸ਼ਟ ਕਰ ਦਿਆਂ। 3 ਲਫ਼ਜ਼ ਹੁੰਦੇ, ਇੱਕ ਨਿਰਾਸ਼ਾ ਹੁੰਦੀ ਆ, ਇੱਕ ਨਾਰਾਜ਼ਗੀ ਹੁੰਦੀ, ਇੱਕ ਨਫ਼ਰਤ ਹੁੰਦੀ ਜੀ। ਇਸ ਵਾਰੀ ਵੋਟਰ ਨੂੰ ਬਕਾਇਦਾ ਤੌਰ ਤੇ ਜਿਹੜੀ ਇਹ ਨਿਰਾਸ਼ਾ ਨਹੀਂ ਸੀ ਹੈਗੀ ਤੇ ਨਾ ਨਾਰਾਜ਼ਗੀ ਹੈਗੀ ਸੀ, ਨਫ਼ਰਤ ਸੀ ਬਕਾਇਦਾ ਤੌਰ ਤੇ, ਬਿਨਾਂ ਕੱਖ ਨਹੀਂ ਕੀਤਾ ਦੋਵਾਂ ਪਾਰਟੀਆਂ ਨੇ, ਤਿੰਨ ਪਾਸੇ ਲਾਭੇ ਕਰਦੇ, ਮਤਲਬ ਕਚੀਚੀਆਂ ਲੈ ਕੇ ਵੋਟਾਂ ਪਾਈਆਂ ਜੀ। ਬਿਲਕੁਲ। ਨਾਰਾਜ਼ਗੀ ਹੁੰਦੀ ਵੀ ਕਿਸੇ ਨੂੰ ਮਨਾ ਲਈਦਾ ਵੀ ਤੂੰ ਅਗਰ ਨਿਰਾਸ਼ਾ ਹੁੰਦੀ ਯਾਰ ਇਹ ਕਰਦੇ ਕੋਈ ਕੋਸ਼ਿਸ਼, ਚਲੋ ਇੱਕ ਵਾਰੀ ਫੇਰ ਵੇਖ ਲੈਂਦੇ। ਨਿਰਾਸ਼ਾ ਹੁੰਦੀ, ਜੋ ਨਫ਼ਰਤ ਹੁੰਦੀ ਫਿਰ ਤੈਨੂੰ ਵੇਖਣੇ ਜੋ ਮਰਜ਼ੀ ਤੂੰ ਸ਼ਕਲ ਜਿਹਾ ਵਿਖਾ ਪੜੀ। ਬਿਲਕੁਲ ਜੀ। ਤੇ ਫਿਰ ਜਦੋਂ ਲੋਕ ਜਾਣੇ ਸ਼ੁਰੂ ਹੋ ਗਏ, ਫਿਰ ਨਿਰਾਸ਼ਾ ਦੇ ਆਲਮ ਦੇ ਵਿੱਚ ਇਹਨਾਂ ਨੇ ਅਸਤੀਫਾ ਆਫਰ ਕਰਤਾ ਵੀ ਮੈਂ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਆਫਰ ਕਰ। ਵੱਖਰੀ ਗੱਲ, ਉਹ ਅਸਤੀਫਾ ਦੇ ਦਿੱਤਾ ਗਿਆ, ਕੋਈ ਗੱਲ ਨਹੀਂ। ਲੇਕਿਨ ਇਹ ਗੱਲ ਹੈ ਵੀ ਉਹਨਾਂ ਨੇ ਉਸ ਤੋਂ ਬਾਅਦ ਹਾਰਨ ਤੋਂ ਬਾਅਦ ਮਹਿਸੂਸ ਕੀਤਾ ਮੇਰੀਆਂ ਗਲਤੀਆਂ ਰਹੀਆਂ ਤੇ ਗਾਂ ਵੀ ਮੈਂ ਚੋਣ ਲੜਨੀ ਹੈ, ਤੇ ਫਿਰ ਅੱਜ ਆ ਕੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਵੋਟਾਂ ਪਾਈਆਂ ਮੈਨੂੰ, ਕੋਈ ਗੱਲ ਨਹੀਂ, ਹਾਰ ਜਿੱਤ ਬਣੀ ਆ ਜੀ, ਫਿਰ ਵੇਖੀ ਜਾਊਗੀ। ਉਹੀ ਨਵਜੋਤ ਸਿੰਘ ਜਿਹੜਾ ਮੁੱਛ ਨੂੰ ਤਾ ਦੇ ਕੇ ਸਟੇਜ ਤੋਂ ਕਹਿੰਦਾ ਹੁੰਦਾ ਸੀ, ਓਏ ਵੇਖੋ ਜਿਹੜਾ 6 ਵਾਰੀ ਦਾ ਜਿੱਤਿਆ ਹੋਇਆ ਬੰਦਾ ਜੀ, 3 ਵਾਰੀ MP ਜਿੱਤਿਆ ਜੀ, 3 ਵਾਰੀ MLA ਜਿੱਤਿਆ, ਕਿੰਨਾ ਕੁਝ ਕਹਿੰਦਾ ਹੁੰਦਾ ਸੀ। ਅੱਤ ਦਾ ਅੰਤ ਹੀ ਹੁੰਦਾ ਜੀ। ਬਿਲਕੁਲ ਬਿਲਕੁਲ। ਇਸ ਕਰਕੇ ਨਵਜੋਤ ਸਿੰਘ ਸਿੱਧੂ ਜੀ, ਜੇ ਕਿਤੇ ਤੇ ਵਾਕਾ ਜੀ ਗਾਂ ਤੁਹਾਨੂੰ ਇੰਨੀ ਗੱਲ ਦੱਸਦੇ ਆ, ਕਿਸਾਨ ਮੋਰਚੇ ਨੇ ਪੰਜਾਬ ਦੇ ਲੋਕਾਂ ਨੂੰ ਅਵੇਅਰ ਇੰਨਾ ਕੁ ਕਰ ਦਿੱਤਾ ਵਾ, ਦੱਸ ਦਿੱਤਾ ਵੀ ਤੁਹਾਡੀ ਹੋਂਦ ਕੀ ਹੈ, ਤੁਹਾਡੀ ਵੋਟ ਦੀ ਪਾਵਰ ਕੀ ਹੈ। ਬਿਲਕੁਲ ਜੀ, ਲੋਕ ਪੁੱਛਦੇ ਉਹੀ ਤਾਂ ਬਕਾਇਦਾ ਤੌਰ ਤੇ ਇਹਨਾਂ ਚੜੂਗਾ ਵਿੱਚ ਇਹਨਾਂ ਦੇ, ਜਿਹੜਾ ਮਤਲਬ ਲੋਕਾਂ 'ਚ ਵਿਚਰੂਗਾ। ਜਿਹੜਾ ਕੋਈ ਤੱਪੜ ਤੇ ਬਹਿਣ ਜਾਣਦਾ ਵਾ, ਜਿਹੜਾ ਕੁਰਸੀ ਤੇ ਬਹਿਣ ਕੁਰਸੀ ਬਹਿਣਦਾ, ਜਿਹੜਾ ਛੱਤ ਤੇ ਬਹਿਣ ਲੋਕਾਂ ਨੂੰ ਜਾਣਦਾ। ਬਿਲਕੁਲ ਜੀ। ਇਸ ਕਰਕੇ ਇਹ ਵੀ ਮੈਂ ਦੱਸ ਦਿਆਂ, ਜਿਹੜੇ 92 ਉਮੀਦਵਾਰ ਦਿੱਤੇ ਆ, ਜੇ ਕਿਸੇ ਨੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਤੇ 2027 ਚ ਉਹਨੂੰ ਲੋਕ ਪਾਥੀ ਦਾ ਸਵਾਗਤ ਕਰਨਾ ਲੋਕਾਂ ਨੇ। ਬਿਲਕੁਲ ਸਹੀ ਗੱਲ ਹੈ ਜੀ। ਪਾਥੀ ਇੱਟ ਨੂੰ ਵੱਜਦੀ ਹੈ, ਸੁੱਕੀ ਪਾਥੀ ਜਿਹੜੀ ਆ। ਲੋਕ ਇੰਨੇ ਕਲੇਰ ਹੋ ਗਏ, ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਵੋਟ ਦਾ ਅਧਿਕਾਰ ਕੀ ਹੈ। ਬਿਲਕੁਲ ਜੀ। ਇਸ ਕਰਕੇ ਨਵਜੋਤ ਸਿੰਘ ਸਿੱਧੂ ਭਾਵੇਂ ਕਈ ਜਣੇ ਫਤਵਾ ਪ੍ਰਵਾਨ ਕਰਦੇ ਆ ਜੀ, ਪੰਜਾਬ ਵਾਸੀਆਂ ਨੇ ਨਿਰਣਾ ਲੈ ਲਿਆ, ਵਧੀਆ ਕੀਤਾ ਜੀ, ਰਵਾਇਤੀ ਸੀ ਆਪਣੀ ਪਾਰਟੀ ਨੂੰ ਗਾਲਾਂ ਕੱਢੀਆਂ, ਰਵਾਇਤੀ ਲੀਡਰਸ਼ਿਪ ਜਿਹੜੀ ਸੀ ਲਾਂਭੇ ਕੀਤਾ, ਮੈਂ ਖੁਸ਼ ਹਾਂ, ਬਹੁਤ ਚੰਗਾ ਕੀਤਾ। ਲੇਕਿਨ ਨਾਲ ਆਮ ਆਦਮੀ ਪਾਰਟੀ ਨੂੰ ਵੀ ਮੈਂ ਕਹਿੰਦਾ ਵੀ ਜਿਹੜੇ ਮੁੱਦੇ ਮੈਂ ਉਠਾਏ ਸੀਗੇ ਉਹ ਪੰਜਾਬ ਦੇ ਮੁੱਦੇ ਨੇ, ਮੈਂ ਪੰਜਾਬ ਦੀ ਗੱਲ ਕਰਦਾ, ਗਾਹ ਵੀ ਕਰਦਾ ਰਹੂੰਗਾ। ਉਹਨਾਂ ਮੁੱਦਿਆਂ ਤੇ ਪਹਿਰਾ ਦਿੱਤਾ ਜਾਵੇ ਤਾਂ ਕਿ ਤੁਹਾਡੀ ਸਰਕਾਰ ਬਣੀ ਰਹੇ। ਮੈਂ ਨਹੀਂ ਕਹਿੰਦਾ ਤੁਸੀਂ ਜਾਓ ਜੀ, ਤੁਸੀਂ ਗਾਹ ਵੀ ਆਪਣੀ ਸਰਕਾਰ ਬਣਾਓ, ਕੋਈ ਗੱਲ ਨਹੀਂ,
ਜਿਵੇਂ ਸਾਡੇ ਰਾਘਵ ਚੱਡਾ ਨੇ ਕਹਿ ਦਿੱਤਾ ਜੀ 2032 ਤੱਕ ਮੁੱਖ ਮੰਤਰੀ ਰਹਿਣਗੇ ਆਪਣੇ ਭਗਵੰਤ ਮਾਨ ਹੋਣੀ, ਚੰਗੀ ਗੱਲ ਆ ਜੀ। ਜੀ ਚੰਗੇ ਕੰਮ ਕਰੋਗੇ ਤੇ ਰਹੋਗੇ ਮੁੱਖ ਮੰਤਰੀ, ਮਾੜੀ ਕਿਹੜੀ ਗੱਲ ਕਿਹੜੀ ਹੈ, ਚੰਗੀ ਹੈ ਬਿਲਕੁਲ ਜੀ। ਭਗਵੰਤ ਮਾਨ ਨੇ ਕੇਜਰੀਵਾਲ ਨੂੰ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਨਿਯੋਤਾ ਦਿੱਤਾ। ਦਿੱਲੀ ਪਹੁੰਚੇ ਹੋਏ ਆ, ਪਰ ਇੱਕ ਕਾਲਰ ਸਾਡੇ ਨਾਲ ਜੁੜ ਰਿਹਾ ਜੀ, ਆਓ ਲਈਏ ਉਹਨਾਂ ਦੀ ਕਾਲ। ਅਮਰੀਕਾ ਤੋਂ ਸਾਡੇ ਨਾਲ ਨੇ। ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਅਮਰੀਕਾ ਤੋਂ ਤੁਹਾਡੀ ਕਾਲ ਆ ਰਹੀ ਆ, ਕੌਣ ਬੋਲ ਰਹੇ ਹੋ ਜੀ? ਉਹ ਸਤਿ ਸ਼੍ਰੀ ਅਕਾਲ ਪੱਟੀ ਸਾਹਿਬ ਤੇ ਸਤਿ ਸ਼੍ਰੀ ਅਕਾਲ ਵੀਰ ਜੀ, ਦੋਨੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ ਵਧਾਈਆਂ ਤੁਹਾਨੂੰ, ਬਹੁਤ ਵਧਾਈਆਂ ਤੁਹਾਨੂੰ, ਕਿਉਂਕਿ ਤੁਸੀਂ ਬਹੁਤ ਜ਼ਿਆਦਾ ਜ਼ੋਰ ਲਾਇਆ ਸੀ, ਬਹੁਤ ਵਧੀਆ ਨਜ਼ਾਰਾ ਲਿਆ ਤਾਂ ਪੰਜਾਬ ਦੇ ਲੋਕਾਂ ਨੇ। ਦਾ ਵੀ ਧੰਨਵਾਦ ਜਿਨ੍ਹਾਂ ਨੇ ਕਿ ਇਹਨਾਂ ਨੂੰ ਆ ਜਿਹੜੇ ਰਾਜੇ ਸਾਲੇ ਬਣੇ ਫਿਰਦੇ ਸੀਗੇ, ਸੌਰੀ ਗਾਲ ਕੱਢੀ ਮੂੰਹ ਤੋਂ, ਸਾਲੇ ਕਹਿੰਦੇ ਪਰ ਗੁੱਸੇ 'ਚ ਆਉਂਦਾ, ਰਾਜੇ ਬਣੇ ਸੀ, ਲੋਕਾਂ ਨੂੰ ਇਹਨਾਂ ਨੇ ਕੀੜੇ ਮਕੌੜੇ ਸਮਝਿਆ ਸੀਗਾ। ਕੀੜੇ ਮਕੌੜੇ ਸਮਝ ਕੇ ਲੋਕਾਂ ਦੇ ਉੱਤੇ ਏਦਾਂ ਟਰੀਟ ਕਰਦੇ ਸੀ ਜਿੱਦਾਂ ਵੀ ਅਸੀਂ ਪਤਾ ਨਹੀਂ ਕੀ ਬਣ ਗਏ ਆ। ਲੋਕਾਂ ਨੇ ਇਹਨਾਂ ਨੂੰ ਔਕਾਤ ਇਹਨਾਂ ਦੀ ਦਿਖਾਤੀ ਕਿ ਜੇ ਬੰਦੇ ਦੇ ਪੁੱਤ ਬਣ ਜਾਣਗੇ ਨਾ ਤੇ ਗਾਂ ਵਾਸਤੇ ਆਉਣਗੇ, ਨਹੀਂ ਤੇ ਬਸ ਏਦਾਂ ਹੀ ਇਹਨਾਂ ਦਾ ਹਸ਼ਰ ਹੋਊਗਾ। ਇਹ ਲੋਕਾਂ ਦਾ, ਪੰਜਾਬ ਵਾਸੀਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਤੇ ਹੁਣ ਨੰਬਰ 2 ਤੇ ਜਿਹੜੀ ਸ਼੍ਰੋਮਣੀ ਕਮੇਟੀ ਦੀ ਜੋਕਾਂ ਚੰਬੜੀਆਂ ਨਾ, ਇਹ ਵੀ ਪਾਸੇ ਕਰੋ, ਵਧੀਆ ਬੰਦੇ ਲੈ ਕੇ ਆਓ, ਵਧੀਆ ਬੰਦੇ ਹੋਣ ਜਿਹੜੇ ਵਾਕਈ ਸਮਰਪਿਤ ਹੋਣ ਕੌਮ ਨੂੰ, ਪੰਥ ਨੂੰ, ਆਪਣੇ ਕੰਮ ਨੂੰ। ਤੇ ਏਦਾਂ ਹੀ ਰਾਜਨੀਤੀ 'ਚ ਵੀ ਉਹੋ ਹੀ ਲੋਕੀ ਆਉਣੇ ਚਾਹੀਦੇ ਜਿਹੜੇ ਸਮਰਪਿਤ ਹੋਣ, ਕਰਨਾ ਜਾਣ। ਇਹ ਕੀ ਕਰਦੇ, ਜਿੱਤ ਜਾਂਦੇ ਆ, ਭੁੱਲ ਜਾਂਦੇ ਆ ਲੋਕਾਂ ਨੂੰ, ਭੁੱਲ ਕੇ ਰਾਜੇ ਬਣ ਕੇ ਬਹਿ ਜਾਂਦੇ ਆ, ਲੋਕਾਂ ਨੂੰ ਐ ਸਮਝਦੇ ਆ। ਮੈਂ ਕਹਿੰਦਾ ਕਿ ਹੁਣ ਜੋ ਮਰਜ਼ੀ ਹੋਵੇ ਗਾਂ ਵਾਸਤੇ ਉਹੋ ਹੀ ਲੋਕੀ ਆਉਣਗੇ ਜਿਹੜੇ ਲੋਕਾਂ ਨੂੰ ਸਮਰਪਿਤ ਹੋਣਗੇ। ਇਹ ਡੈਮੋਕ੍ਰੇਸੀ ਹੈ, ਵਧੀਆ ਨਜ਼ਾਰਾ ਲਿਆ ਤਾਂ ਮੈਂ ਕਹਿੰਦਾ ਵਧਾਈਆਂ ਤੁਹਾਨੂੰ ਸਾਰਿਆਂ ਨੂੰ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਚੀਮਾ ਸਾਹਿਬ, ਧੰਨਵਾਦ ਜੀ। ਅਮਰੀਕਾ ਤੋਂ ਤੁਸੀਂ ਸਾਡੇ ਨਾਲ ਜੁੜ ਰਹੇ ਹੋ ਰੇਡੀਓ ਪੰਜਾਬ ਟੂਡੇ ਤੇ ਇਸ ਪ੍ਰੋਗਰਾਮ ਸ਼ਮਾਦਾਨ 'ਚ। ਪੱਟੀ ਸਾਹਿਬ ਵੱਲੋਂ, ਦਾਨੇਵਾਲੀਆ ਸਾਹਿਬ ਵੱਲੋਂ, ਬਖਤੌਰ ਢਿੱਲੋਂ ਸਾਹਿਬ ਵੱਲੋਂ ਤੇ ਦਲਬੀਰ ਬਰਾੜ ਤੇ ਸਮੁੱਚੀ ਟੀਮ ਵੱਲੋਂ, ਰੇਡੀਓ ਪੰਜਾਬ ਟੂਡੇ ਟੀਮ ਵੱਲੋਂ ਤੁਹਾਡਾ ਧੰਨਵਾਦ ਜੀ। ਹਾਂਜੀ ਪੱਟੀ ਸਾਹਿਬ, ਸਹੁੰ ਚੁੱਕ ਸਮਾਗਮ ਦੀ ਗੱਲ ਆਪਾਂ ਕਰ ਰਹੇ ਸੀਗੇ ਜੀ। ਮੈਂ ਪਹਿਲਾਂ ਤੇ ਵੇਖੋ ਜੀ, ਭਗਵੰਤ ਮਾਨ ਹੋਰਾਂ ਨੂੰ ਤੇ ਉਹਨਾਂ ਦੀ ਟੀਮ ਨੂੰ ਸਭ ਨੂੰ ਵਧਾਈ ਦਿੰਦਾ ਪਹਿਲਾਂ ਜੀ। ਆਸ ਕਰਦਾ ਮੈਂ ਆਪਣੇ ਵੱਲੋਂ ਵੀ ਤੇ ਆਪਣੇ ਡੈਡੀ ਵੱਲੋਂ ਵੀ ਵਧਾਈ ਦਿੰਦੇ ਆ, ਆਪਣੇ ਸਟਾਫ ਨੂੰ ਵਧਾਈ ਦਿੰਦੇ ਵੀ ਉਹਨਾਂ ਨੂੰ ਵਧਾਈ ਹੋਵੇ। ਉਹਨਾਂ ਨੇ ਚੰਗਾ ਮੋਰਚਾ ਮਾਰਿਆ ਔਰ ਉਹਨਾਂ ਦੀ ਜਿਹੜੀ ਇੱਕ ਛਵੀ ਬਣੀ ਇਮਾਨਦਾਰੀ ਦੀ ਜੀ, ਉਹਨੂੰ ਬਰਕਰਾਰ ਰੱਖਿਆ। ਤੇ ਮੈਂ ਸੋਚਦਾ ਕਿ ਗਾਂ ਚੰਗਾ ਕੰਮ ਕਰਨਗੇ। ਤੇ ਉਹਨਾਂ ਨੇ 16 ਤਰੀਕ ਨੂੰ ਬਕਾਇਦਾ ਤੌਰ ਤੇ ਸਹੁੰ ਚੁੱਕਣੀ ਜੀ, 16 ਤਰੀਕ ਨੂੰ ਖਟਕੜ ਕਲਾਂ ਦੇ ਵਿੱਚ। ਤੇ ਉਹਨਾਂ ਨੇ ਬਕਾਇਦਾ ਤੌਰ ਤੇ ਜਾ ਕੇ ਦਿੱਲੀ ਦੇ ਵਿੱਚ ਜਾ ਕੇ ਕੇਜਰੀਵਾਲ ਸਾਹਿਬ ਦੇ ਘਰ ਗਏ ਨੇ। ਕੇਜਰੀਵਾਲ ਦੇ ਘਰ ਜਾ ਕੇ ਉਹਨਾਂ ਨੂੰ ਨਿਯੋਤਾ ਦਿੱਤਾ ਵੀ ਤੁਸੀਂ ਸ਼ਾਮਲ ਹੋ, ਭਾਵੇਂ ਤੇ ਸਾਰਾ ਪ੍ਰਬੰਧ ਉਹਨਾਂ ਦਾ ਹੀ ਹੈ ਜੀ, ਪਿੱਛੇ ਝੰਡੀ ਉਹਨਾਂ ਦੀ ਲੈਣੀ ਆ, ਇਹ 'ਚ ਕੋਈ ਦੋਹਾਂ ਨਹੀਂ ਹੈਗੀਆਂ ਬਿਲਕੁਲ ਜੀ। ਲੇਕਿਨ ਫਿਰ ਵੀ ਰਸਮੀ ਕਾਰਵਾਈ ਜਿਹੜੀ ਪੂਰੀ ਕੀਤੀ ਹੈ, ਉਹ ਮੈਂ ਸੋਚਦਾ ਭਗਵੰਤ ਮਾਨ ਸਾਹਿਬ ਨੇ ਬਹੁਤ ਵਧੀਆ ਕੀਤਾ ਵਾ। ਉਹਨਾਂ ਨੇ ਵੀ ਕਿਹਾ ਵੀ ਮੇਰਾ ਛੋਟਾ ਭਰਾ ਮੈਨੂੰ ਇੱਕ ਨਿਯੋਤਾ ਦੇ ਕੇ ਗਿਆ ਜੀ ਕਿ ਤੁਸੀਂ ਸਾਡੇ ਸਹੁੰ ਚੁੱਕ ਸਮਾਗਮ 'ਚ ਹਾਜ਼ਰ ਹੋ। ਜਿੱਥੋਂ ਤੱਕ ਮੇਰਾ ਖਿਆਲ ਹੈ ਵੀ ਅੱਧੀ ਲਿਸਟ ਵੀ ਬਣ ਗਈ ਮੰਤਰੀਆਂ ਦੀ ਜੀ। ਕਈ ਜਾਲੀ ਲਿਸਟਾਂ ਤੁਰੀਆਂ ਫਿਰਦੀਆਂ ਨੇ WhatsApp ਦੇ ਉੱਤੇ, ਜੋ ਲਿਸਟ ਬਣੀ ਨਹੀਂ, ਲਿਸਟ ਬਣੀ ਦਿੱਲੀ ਤੋਂ ਲਿਸਟ ਬਣਾ ਕੇ ਰੰਗ ਜਿਹੜਾ ਲੈ ਕੇ ਆਏਗਾ ਤੇ ਉਹ ਸਹੁੰ ਚੁਕਾਏਗਾ ਬਕਾਇਦਾ ਤੌਰ ਤੇ। ਮਾਨ ਸਾਹਿਬ ਤੇ ਮੁੱਖ ਮੰਤਰੀ ਹੈਗੇ, ਬਾਕੀ ਦੀ ਗੱਲ ਕਰਦੇ ਜੀ। ਪਰ ਮੈਂ ਇੱਕ ਸਵਾਲ ਪੁੱਛਿਆ ਸੀ ਕੱਲ ਇਹਨਾਂ ਨੇ ਬੰਦੇ ਨੂੰ, ਜਵਾਬ ਸਹੀ ਦਿੱਤਾ ਮੈਨੂੰ ਜੀ। 1994 ਦੇ ਵਿੱਚ ਬਕਾਇਦਾ ਤੌਰ ਤੇ ਇੱਕ ਸੱਭਿਆਚਾਰ ਸਮਾਗਮ ਸੀ, ਉਹਦੇ ਚ ਮੈਂ ਵੀ ਗਿਆ ਸੀ ਔਰੰਗਾਬਾਦ ਦੇ ਵਿੱਚ ਜੀ। ਤੇ ਉੱਥੋਂ ਅਸੀਂ ਇਕੱਠੇ ਹੀ ਮੁੜ ਕੇ ਜਿਹੜੀ ਸੀ ਹਜ਼ੂਰ ਸਾਹਿਬ ਗਿਆ ਸੀ। ਤੇ ਉਦੋਂ ਬਿਲਕੁਲ ਜਿਹੜੇ ਹੈਗੇ ਸੀ ਆਪਣੇ ਮਾਨ ਸਾਹਿਬ ਜੀ, ਦਾਰੂ ਸਿੱਕਾ ਬਿਲਕੁਲ ਨਹੀਂ ਸੀਗੇ ਜੀ। ਤੇ ਕਮੇਟੀ ਥੋੜੀ ਕਰ ਲੈਂਦੇ ਆ। ਜਦੋਂ ਇੱਕ ਕਹਿੰਦੇ ਇੱਕ ਆਪਣੀ ਵੀਡੀਓ ਦੇ ਵਿੱਚ ਵੀ ਵੇਖੋ, ਇੱਕ ਬੰਦਾ ਚੋਣ ਲੜ ਰਿਹਾ ਸੀ, ਉਹਨੂੰ ਫੱਟੀ ਮਿਲ ਗਈ ਚੋਣ ਨਿਸ਼ਾਨ ਜੀ। ਕਹਿੰਦੇ ਫਿਰ ਕੀ ਹੋਇਆ, ਇਹਨਾਂ ਲੋਕਾਂ ਨੇ ਫੱਟੀ ਪੋਈਤੀ ਫਿਰ ਉਹਦੀ ਕੇ ਜੀ ਬਿਲਕੁਲ। ਤੇ ਮੇਰਾ ਕਹਿਣ ਤੋਂ ਭਾਵ ਵੀ ਉਦੋਂ ਇਹ ਬਿਲਕੁਲ ਦਾਰੂ ਨਹੀਂ ਸੀ ਪੀਂਦਾ। ਤੇ ਮੈਂ ਉਹਨੂੰ ਪੁੱਛਿਆ ਸੀ ਤੁਸੀਂ ਉਹਦੇ ਮਿੱਤਰ ਹੋ ਤੇ ਇਹ ਦੱਸੋ ਕਿ ਅਸੀਂ ਦਾਰੂ ਪੀਣ ਤੋਂ ਮਨਾ ਨਹੀਂ ਕਰਦੇ, ਸਾਰੇ ਦਾਰੂ ਪੀਂਦੇ, ਕੋਈ ਗੱਲ ਨਹੀਂ, ਫਿਰ ਕੀ ਹੋਇਆ ਜੀ। ਲੇਕਿਨ ਉਹਦਾ ਸਮਾਂ ਵੀ ਹੁੰਦਾ ਕੋਈ ਨਾ ਕੋਈ ਦਾਰੂ ਪੀਣ ਦਾ। ਇੰਨੀ ਗੱਲ ਦਾਰੂ ਪੀ ਕੇ ਤੁਸੀਂ ਵਿਧਾਨ ਸਭਾ ਚੱਲ ਜਾਓ, ਤੁਸੀਂ ਪਾਰਲੀਮੈਂਟ ਚੱਲ ਜਾਓ, ਜਿਵੇਂ ਹਰਿੰਦਰ ਸਿੰਘ ਖਾਲਸਾ ਦੋਸ਼ ਲਾਏ ਸੀਗੇ, ਉਹ ਗੱਲ ਮਾੜੀ ਆ ਜੀ। ਲੇਕਿਨ ਦਾਰੂ ਨੇ ਕਦੋਂ ਸ਼ੁਰੂ ਕੀਤੀ, ਕਿਉਂ ਕੀਤੀ, ਕਿਸੇ ਦੇ ਵਿਜੋਗ ਚ ਕੀਤੀ ਕਿ ਖੁਸ਼ੀ ਚ ਕੀਤੀ ਜੀ, ਉਹ ਬੰਦੇ ਕੋਲ ਜਵਾਬ ਨਹੀਂ ਹੁੰਦਾ। ਜੀ ਦਾਰੂ ਪੀਣਾ ਤੇ ਫਿਰ ਕੀ ਸਾਰੀ ਦੁਨੀਆ ਤੋਂ। ਮੈਂ ਕਿਹਾ ਯਾਰ ਮੈਂ ਤਾਂ ਸਵਾਲ ਹੀ ਨਹੀਂ ਪੁੱਛਿਆ। ਤੇ
ਜੀ ਇਸ ਕਰਕੇ ਅਸੀਂ ਕਹਿੰਦੇ ਵੀ ਜੇ ਉਹਨਾਂ ਦੇ ਕਿਸੇ ਯਾਰ ਦੋਸਤ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸੇ ਕਿ ਉਹਨਾਂ ਨੇ ਦਾਰੂ ਪੀਣੀ ਸ਼ੁਰੂ ਕਿਉਂ ਕੀਤੀ, ਕਿ 1994 ਚ ਬਿਲਕੁਲ ਦਾਰੂ ਹੱਥ ਨਹੀਂ ਚਲਾਉਂਦੇ। ਜੀ ਜੀ ਇਸ ਕਰਕੇ ਇਹਨਾਂ 16 ਨੂੰ ਦਿੱਤਾ ਵਾ, ਸਹੁੰ ਚੁੱਕਣੀ ਆ। ਕੇਜਰੀਵਾਲ ਨੂੰ ਸੱਦਾ ਪੱਤਰ ਦਿੱਤਾ। ਤੇ ਮੈਂ ਤਾਂ ਇਹ ਵੀ ਗੱਲ ਕਹੂੰਗਾ ਜੀ ਵੀ ਤੁਸੀਂ ਮਾਨ ਸਾਹਿਬ ਜੇ ਦੇ ਕੇ ਆਏ ਸੱਦਾ ਤੇ ਬਕਾਇਦਾ ਤੌਰ ਤੇ ਚੰਨੀ ਸਾਹਿਬ ਨੂੰ ਦਿਓ, ਕੈਪਟਨ ਸਾਹਿਬ ਨੂੰ ਦਿਓ, ਬਾਦਲ ਸਾਹਿਬ ਨੂੰ ਸੱਦਾ ਦਿਓ, ਆਓ ਜੀ ਸਮਾਗਮ ਵਿੱਚ ਤੁਸੀਂ, ਜੀ ਜੀ ਤੁਹਾਡੀ ਸ਼ੋਭਾ ਵਧੂਗੀ ਕਿ ਤੁਸੀਂ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਹੋ। ਇਹ ਹੁਣ ਵੇਖੋ ਨਾ ਦਿਮਾਗ ਚ ਆਉਂਦਾ ਕਿ ਨਹੀਂ ਆਉਂਦਾ। ਜੀ ਜੀ ਬਿਲਕੁਲ ਜੀ ਬਰਾੜ ਸਾਹਿਬ, ਪੱਟੀ ਸਾਹਿਬ, ਐਡਵੋਕੇਟ ਜਨਰਲ ਦੀਪਿੰਦਰ ਸਿੰਘ ਪਤਵਾਲੀਆ ਬਾਬਾ ਜੀ ਨੇ ਹੋ ਗਿਆ। ਦੀਪਿੰਦਰ ਸਿੰਘ ਪਤਵਾਲੀਆ ਸਾਹਿਬ ਨੇ ਅਸਤੀਫਾ ਦਿੱਤਾ ਜੀ। ਹਾਂ ਜੀ ਜੀ ਜੀ, ਪਤਵਾਲੀਆ ਸਾਹਿਬ ਨੇ ਅਸਤੀਫਾ ਦੇ ਦਿੱਤਾ ਜੀ। ਉਹਨਾਂ ਨੂੰ ਪਤਾ ਇਸ ਗੱਲ ਦਾ ਵੀ ਵੇਖੋ ਜੋ ਉਹਨਾਂ ਕਿਹਾ ਜੀ ਕੌਂਸਟੀਟਿਊਸ਼ਨ ਕਨਵੈਨਸ਼ਨ ਜੀ ਜਿਹੜੀ ਸਾਡੀ ਰਵਾਇਤ ਆ ਸੰਵਿਧਾਨਕ, ਉਹਦੇ ਕਰਕੇ ਨਵੀਂ ਸਰਕਾਰ ਆਉਂਦੀ ਹੈ ਤੇ ਆਪਣਾ ਬਕਾਇਦਾ ਤੌਰ ਤੇ ਐਡਵੋਕੇਟ ਜਨਰਲ ਆਉਂਦੀ ਤੇ ਮੈਂ ਆਪਣਾ ਅਸਤੀਫਾ ਦਿੱਤਾ। ਉਹਨਾਂ ਨੇ ਰਾਜਪਾਲ ਨੂੰ ਅਸਤੀਫਾ ਭੇਜਤਾ, ਚੀਫ ਸੈਕਟਰੀ ਨੂੰ ਭੇਜ ਦਿੱਤਾ। ਜੀ ਤੁਹਾਨੂੰ ਪਤਾ ਵਾ ਜਦੋਂ ਦਿਓਲ ਸਾਹਿਬ ਨੂੰ ਇੱਥੇ ਲਾਇਆ ਗਿਆ ਸੀ ਤੇ ਐਡਵੋਕੇਟ ਜਨਰਲ ਤੇ ਸਿੱਧੂ ਨੇ ਬੜਾ ਰੌਲਾ ਪਾਇਆ ਸੀ। ਉਹਦੇ ਕਾਰਨ ਸੀ ਪਿੱਛੇ ਕਈ, ਜੀ ਉਹਦੇ ਕਈ ਕਾਰਨ ਸੀਗੇ। ਇੱਕ ਕਾਰਨ ਸੀ ਉਹ ਮਜੀਠੀ ਦਾ ਕੇਸ ਲੜ ਰਿਹਾ ਸੀਗਾ। ਜੀ ਦੂਸਰੇ ਕਾਰਨ ਹੋਰ ਵੀ ਕੀ ਉਹਦੇ ਕਾਰਨ ਪਿੱਛੇ ਜਿਹੜੇ ਅਸੀਂ ਡਿਸਕਸ ਨਹੀਂ ਕਰ ਸਕਦੇ। ਜੀ ਜੀ ਲੇਕਿਨ ਸਿੱਧੂ ਸਾਹਿਬ ਨੇ ਇੰਨਾ ਕੁ ਰੌਲਾ ਪਾਇਆ ਤੇ ਬਕਾਇਦਾ ਤੌਰ ਤੇ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ। ਤੇ ਜਿਹੜੇ ਪਤਵਾਲੀਏ ਦੀ ਗੱਲ ਕਰਦੀ, ਇਹ ਬਕਾਇਦਾ ਤੌਰ ਤੇ ਸਿੱਧੂ ਸਾਹਿਬ ਦੀ ਚੁਆਇਸ ਸੀ। ਜੀ ਇਹ ਪਤਵਾਲੀਆ ਕੌਣ? ਪਤਵਾਲੀਆ ਸਾਹਿਬ ਸੁਪਰੀਮ ਕੋਰਟ ਦੇ ਜਸਟਿਸ ਕੁਲਦੀਪ ਸਿੰਘ ਸੀ ਜੀ ਜਿਨ੍ਹਾਂ ਨੂੰ ਪੀਪਲਜ਼ ਕਮਿਸ਼ਨ ਦਾ ਬਕਾਇਦਾ ਤੌਰ ਤੇ ਚੇਅਰਮੈਨ ਬਣਾਇਆ ਸੀਗਾ ਵੀ ਤੁਸੀਂ ਜਿਹੜੀ ਪੰਜਾਬ ਵਿੱਚ ਜ਼ਿਆਦਤੀਆਂ ਕੀਤੀਆਂ ਪੁਲਿਸ ਤੇ 1970 ਸਰਕਾਰ ਬਣੀ ਆ ਤੇ ਉਹ ਤੁਸੀਂ ਜਿਹੜਾ ਸੀ ਉਹਦੀ ਜਾਂਚ ਕਰਨੀ। ਜੀ ਤੇ ਸਾਡੀ ਉਸੇ ਫਕਰੇ ਕੌਮ ਦੀ ਸਰਕਾਰ ਨੇ ਉਹ ਕਮਿਸ਼ਨ ਰੱਦ ਕਰਾ ਦਿੱਤਾ ਸੀ, ਰੋਕ ਲਵਾਤੀ ਸੀ, ਜਾਂਚ ਨਹੀਂ ਸੀ। ਕਿਉਂਕਿ 1996 ਦੇ ਵਿੱਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਮੀਟਿੰਗ ਪੰਜਾਬ ਦੇ ਪੁਲਿਸ ਅਫਸਰਾਂ ਨਾਲ ਹੁੰਦੀ ਹੈ ਤੇ ਪੁਲਿਸ ਅਫਸਰ ਗਿਲਾ ਕਰਦੇ ਆ ਕਿ ਬਾਦਲ ਸਾਹਿਬ ਤੁਸੀਂ ਤੇ ਇੰਨੀ ਗੱਲ ਕਹੀ ਆ ਵੀ ਅਸੀਂ ਤਾਂ ਟੰਗ ਦਿਆਂਗੇ ਜਿਹੜਿਆਂ ਨੇ ਜ਼ਿਆਦਤੀ ਕੀਤੀ ਹੈ ਪਿਛਲੇ ਸਮੇਂ ਦੇ ਵਿੱਚ। ਜੀ ਤਾਂ ਕੌਣ ਕਹਿੰਦਾ ਸੀ? ਤੁਸੀਂ ਕਹਿੰਦੇ ਹੋ। ਕਹਿੰਦੇ ਬਿਲਕੁਲ ਤੁਸੀਂ ਸਾਡੀ ਸਰਕਾਰ ਬਣਾਓ। ਇੱਕ ਅਖਬਾਰ ਦੇ ਐਡੀਟਰ ਨੇ ਇਹ ਮੁਲਾਕਾਤ ਕਰਾਈ ਸੀ ਜਲੰਧਰ ਦੇ PAP ਦੇ ਵਿੱਚ। ਉਹਦੇ ਵਿੱਚ ਫਿਰ ਉਹਨਾਂ ਕਿਹਾ ਤੁਹਾਡੀ ਡਿਮਾਂਡ ਕੀ ਹੈ? ਉਹਨਾਂ ਕਿਹਾ ਸਾਡੀ ਡਿਮਾਂਡ ਹੈ ਵੀ ਜਦੋਂ ਸਾਡਾ ਕੋਈ ਅਫਸਰ ਫਸਦਾ ਜਾਂ ਮੁਲਾਜ਼ਮ ਫਸਦਾ ਸਾਨੂੰ ਹਾਈ ਕੋਰਟ ਜਾਣਾ ਪੈਂਦਾ, ਸਾਨੂੰ ਖਰਚਾ ਆਪਣੀ ਜੇਬ ਚੋਂ ਕਰਨਾ ਪੈਂਦਾ। ਉਹਨਾਂ ਕਿਹਾ ਸਾਡੀ ਸਰਕਾਰ ਬਣੂਗੀ, ਖਰਚਾ ਸਰਕਾਰ ਕਰੇਗੀ। ਜੀ ਉਹਨਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਸਾਡੇ ਫਕਰੇ ਆਮ ਸਰਕਾਰ ਜਿਹੜੀ ਬਣੀ ਸੀ ਉਹਨਾਂ ਨੇ ਮੁੜ ਕੇ ਖਰਚਾ ਸਰਕਾਰੀ ਖਾਤੇ ਦਿੱਤਾ ਸੀ। ਜੀ ਤੇ ਅੱਜ ਵੀ ਜੇ ਉਹਦਾ ਸਹੁੰ ਚੁੱਕਣੀ ਜਿਹੜੀ ਐਡਵੋਕੇਟ ਜਨਰਲ ਆ ਉਹ ਜਸਟਿਸ ਕੁਲਦੀਪ ਸਿੰਘ ਉਸ ਦੇ ਬੇਟੇ ਨੇ, ਜਿਨ੍ਹਾਂ ਨੇ ਬਲਟੋਆ ਕਾਂਡ ਜਦੋਂ ਪੂਰਾ ਪੀਕ ਤੇ ਸਭ ਕੁਛ ਸੀ ਜੀ ਜੀ ਪੰਜਾਬ ਦੇ ਵਿੱਚ, ਅਤਵਾਦ ਪੀਕ ਤੇ ਸੀ, ਖਾਲਸਾ ਦੇ ਪੀਕ ਤੇ ਸੀ, ਜੀ ਉਦੋਂ ਇੱਕ ਸਰਬਜੀਤ ਕਾਂਡ ਹੋਇਆ ਸੀ। ਜੀ ਸਰਬਜੀਤ ਕਾਂਡ ਦਾ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਦੇ ਜਸਟਿਸ ਕੁਲਦੀਪ ਸਿੰਘ ਨੇ, ਉਹ ਮੁੰਡਾ ਸਰਬਜੀਤ ਬਲਟੋਏ ਦਾ ਸੀ, ਉਹਨੂੰ ਮਾਰ ਕੇ SSP ਹੁੰਦਾ ਸੀ ਇੱਥੇ ਤਰਨਤਾਰਨ ਖਟੜਾ, ਜੀ ਉਹਦੀ ਟਨਿਓਰ ਚ ਮਾਰ ਕੇ ਬੰਦੇ 2 ਸੁੱਟੇ ਗਏ ਸੀ। ਇੱਕ ਮੁੰਡਾ ਜਿੰਦਾ ਪਾਇਆ ਗਿਆ ਸੀ, ਉਹ ਹਸਪੀਟਲ ਲਿਆਂਦਾ ਗਿਆ, ਮੁਰਦਖਾਨੇ ਚ ਉੱਠ ਕੇ ਬਹਿ ਗਿਆ। ਉਹਨੇ ਦੱਸਿਆ ਕਿ ਮੇਰੀ ਫਲਾਣੀ ਜਿਹੜੀ ਭੈਣ ਲੱਗੀ ਨਰਸ ਨੂੰ ਬੁਲਾ ਦੇ। ਜੀ ਉਹਦਾ ਘਰ ਵਾਲਾ ਵੀ ਆ ਗਿਆ, ਉਹ ਨਰਸ ਵੀ ਆ ਗਈ। ਉਹਨਾਂ ਚੁੱਕ ਕੇ ਬਾਅਦ ਚ ਲੈਂਦਾ ਇਲਾਜ ਸ਼ੁਰੂ ਕਰਤਾ। ਪੁਲਿਸ ਫੇਰ ਆਈ, ਜੋ ਪਤਾ ਲੱਗਾ ਨੂੰ ਚੁੱਕ ਕੇ ਜਾ ਕੇ ਗੋਲੀ ਮਾਰ ਕੇ ਫਿਰ ਲੈ ਕੇ ਦਿੱਤਾ। ਹੁਣ ਪੋਸਟਮਾਰਟਮ ਕਰੋ ਇਹਦਾ। ਜੀ ਉਹ ਕੇਸ ਅਖਬਾਰਾਂ ਛਪਿਆ ਸੀਗਾ ਜੀ ਕਿਉਂਕਿ ਉਹ ਜਿਹੜੀ ਕੁੜੀ ਸੀ ਉਹਦਾ ਹਸਬੈਂਡ ਮਹਾਂਵੀਰ ਸਿੰਘ ਜਿਹੜਾ ਸੀ CPI ਦਾ ਇੱਕ ਲੀਡਰ ਸੀਗਾ ਕਮਿਊਨਿਸਟ ਦਾ। ਜੀ ਉਹ SSP ਨੂੰ ਮਿਲਣਾ, SSP ਨਹੀਂ ਮਿਲਿਆ। ਉਹ ਕਾਮਰੇਡ ਸਤਪਾਲ ਡਾਂਗ ਕੋਲ ਚਲੇ ਗਿਆ। ਕਾਮਰੇਡ ਡਾਂਗ ਨੇ ਫਿਰ ਮੁੱਦਾ ਚੁੱਕਿਆ, ਉਹਦਾ ਆਪਣਾ ਬਿਆਨ ਦਿੱਤਾ ਬਕਾਇਦਾ ਤੌਰ ਤੇ। ਫਿਰ ਜਸਟਿਸ ਕੁਲਦੀਪ ਸਿੰਘ ਨੇ ਨੋਟਿਸ ਲਿਆ ਸੀ ਵਿਦਨ 24 ਆਵਰਸ ਜੀ ਡਿਸਟ੍ਰਿਕਟ ਸੈਸ਼ਨ ਰਿਪੋਰਟ ਦੇ ਵਿੱਚ। ਉਹਦੇ ਵਿੱਚ ਫਿਰ ਉਹ ਬੰਦਾ ਮਾਰਨ ਵਾਲਾ ਜਿਹੜਾ ਸੀ ਉਹ ਤੇ ਬਚ ਗਿਆ ਸੀ, ਜਿਹਤੇ ਦੋਸ਼ ਲੱਗਾ ਸੀ ਉਹ 20 ਸਾਲ ਦੀ ਸਜ਼ਾ ਹੋਈ ਸੀ। ਇਸ ਕਰਕੇ ਉਹਨਾਂ ਦਾ ਬੇਟਾ ਸੀ ਤੇ ਜਿਹਦੇ ਤੇ ਜਿਹਦੀ ਸਪੋਰਟਰ ਸੀ ਨਵਜੋਤ ਸਿੰਘ ਸਿੱਧੂ, ਹੁਣ ਸਰਕਾਰ ਚਲੇਗੀ, ਨਵਜੋਤ ਸਿੰਘ ਸਿੱਧੂ ਚਲੇ ਗਿਆ ਤੇ ਰੈਂਕ ਕਰਨਾ ਸੀ ਉਹਨਾਂ ਨੇ। ਬਿਲਕੁਲ ਨਵੀਂ ਸਰਕਾਰ ਹੋਗੀ, ਨਵਾਂ ਐਡਵੋਕੇਟ ਜਨਰਲ ਲਾਦੂ। ਇੱਕ ਬੰਦਾ ਵਧੀਆ ਸੀ, ਇਮਾਨਦਾਰ ਬੰਦਾ ਸੀ, ਕੋਈ ਸ਼ੱਕ ਨਹੀਂ ਜੀ। ਇੱਕ ਕਾਲਰ ਸਾਡੇ ਨਾਲ ਨੇ ਜੀ, ਜੀ ਸਵਾਗਤ ਹੈ ਜੀ। ਔਨ 에ਅਰ ਹੋ ਤੁਸੀਂ, ਇੱਕ ਕਾਲ ਸਾਨੂੰ ਆਈ ਹੋਈ ਹੈ ਰੇਡੀਓ ਪੰਜਾਬ ਟੁਡੇ ਤੇ। ਭਰਾਵਾ ਕੀ ਕਰਾਂ, ਨਾ ਤਾਂ ਸਵਾਰਨ ਸੁਣਦਾ, ਨਾ ਢਿੱਲੋਂ ਸੁਣਦਾ, ਨਾ ਆਪਣਾ ਪੱਟੀ ਸੁਣਦਾ। ਆਜੋ ਸੁਣਾਓ ਕਿਰਾਂ। ਗੁਰਦੀਪ ਬੋਲਦਾ ਸੇਲਪੁਰਾ ਤੋਂ, ਜ਼ਿਲ੍ਹਾ ਬਠਿੰਡਾ, ਭਾਰਤੀ ਕਿਸਾਨ ਏਕਤਾ ਟਿਕਾਉਂਦਾ ਦਾ ਆਗੂਆਂ ਭਾਈ। ਜੀ ਖਾਲਸਾ ਸਾਹਿਬ ਬੋਲੋ।
ਪਰ ਬਾਹਲੇ ਵਾਰੀ ਕਿਹਾ, ਮੇਰੀ ਗੱਲ ਨਹੀਂ ਸੁਣਦਾ ਭਰਾਵੋ ਕੋਈ। ਦੱਸੋ ਕੀ ਗੱਲ ਸੁਣਾਉਣੀ ਆ, ਆਪਾਂ ਹੁਣ ਸੁਣਾਉਣੀ। ਹਾਂ, ਗੱਲ ਸੁਣਾਉਣੀ ਆ ਵੀ ਬਖਤੌਰ ਸਿੰਘ ਢਿੱਲੋਂ ਇੱਥੇ ਨਾ ਇੱਕ ਭਗਤੇ ਭਾਈ ਦਾ ਗੁਰਿੰਦਰ ਹੈਗਾ ਇਟਲੀ ਵਾਲਾ ਜੀ, ਇਹ ਗੱਲ ਵਧੀਆ ਗੱਲ ਉਹਦਾ ਪੱਖ ਕਰਦਾ, ਕਰਨਾ ਚਾਹੀਦਾ ਜੀ। ਇਹ ਗੱਲ ਹੋ ਗਈ ਪਰ ਉਹਦੇ ਵਿੱਚ ਮੈਂ ਵੀ ਇਨਵੋਲਵ ਆ। ਮੈਨੂੰ ਮੇਰਾ ਇੰਨਾ ਨੁਕਸਾਨ ਹੋ ਰਿਹਾ ਵੀ ਬਖਤੌਰ ਢਿੱਲੋਂ ਇਹ ਸੁਣ ਨਹੀਂ ਰਿਹਾ ਵੀ ਯਾਰ ਦੂਜਾ ਪੱਖ ਵੀ ਕੋਈ ਹੋਰ ਹੈਗਾ। ਬਿਲਕੁਲ ਜੀ, ਬਿਲਕੁਲ ਤੁਹਾਡਾ ਪੱਖ ਵੀ ਸੁਣਾਂਗੇ। ਹਾਂ, ਉਹ ਮੈਂ ਬਖਤੌਰ ਢਿੱਲੋਂ ਨੂੰ ਕਈ ਵਾਰੀ ਫੋਨ ਕਰਿਆ, ਮੈਂ ਯਾਰ ਵੀਰੇ ਮੇਰੀ ਤਾਂ ਗੱਲ ਸੁਣ ਲਾ, ਮੇਰੀ ਤਾਂ ਸੁਣ ਲਾ। ਉਹ ਸੁਣਦਾ ਹੀ ਨਹੀਂ ਯਾਰ। ਆ ਕੇ ਤੁਹਾਡੀ ਗੱਲ ਉਹਨਾਂ ਤੱਕ ਤੁਹਾਡਾ ਨੰਬਰ ਵੀ ਪਹੁੰਚਾਵਾਂਗੇ। ਹਾਂ, ਮੇਰਾ ਫੋਨ ਨੰਬਰ 9876631136। ਬਿਲਕੁਲ ਜੀ। ਪੱਟੀ ਸਾਹਿਬ ਸਾਡੇ ਨਾਲ ਤੁਸੀਂ ਜੁੜੇ ਹੋਏ ਹੋ, ਤੇ ਅਗਲੀ ਖਬਰ ਜਿਹੜੀ ਹੈਗੀ ਆ ਉਹ ਇੱਕ ਬੜੀ ਪੋਜ਼ਿਟਿਵ ਖਬਰ ਆ। ਇਸ ਵਾਰੀ 1 ਦਰਜਨ ਔਰਤਾਂ ਵੀ ਪੁੱਜੀਆਂ ਨੇ ਵਿਧਾਨ ਸਭਾ 'ਚ, ਜਿਨ੍ਹਾਂ ਵਿੱਚ 3 ਦੂਸਰੀ ਵਾਰ ਪਹੁੰਚੀਆਂ ਨੇ। ਬਿਲਕੁਲ ਬਿਲਕੁਲ। ਵੇਖੋ, ਪਿਛਲੀ ਵਾਰੀ ਜਿਹੜੀਆਂ ਸੀ ਔਰਤਾਂ ਜਿਹੜੀਆਂ ਸੀ ਉਹ ਜਿਹੜੀਆਂ ਹੈਗੀਆਂ ਸੀ ਵੇਖੋ 7 ਔਰਤਾਂ ਸੀਗੀਆਂ ਵਿੱਚ ਵਿਧਾਨ ਸਭਾ ਦੇ ਵਿੱਚ, ਲੇਕਿਨ ਐਤਕੀ ਗਿਣਤੀ ਵੱਧ ਕੇ 12 ਹੋ ਗਈ ਹੈ ਜੀ। ਤੇ 12 ਦੇ ਵਿੱਚੋਂ 11 ਆਮ ਆਦਮੀ ਪਾਰਟੀ ਦੀ, 1 ਕਾਂਗਰਸ ਦੀ ਹੈ ਜਿਹੜੀ ਮੰਤਰੀ ਅਰੁਣ ਜਿੱਤਲ ਜਿੱਤੀ ਜੀ। ਚਲੋ ਉਹਨਾਂ ਦੇ 250 ਜਿੱਤੇ, ਉਹਦੇ ਵਿੱਚ ਵੀ ਤੁਸੀਂ 1 ਲੈ ਚੰਗੀ ਗੱਲ ਜੀ। 93 ਔਰਤਾਂ ਨੇ ਚੋਣਾਂ ਲੜੀਆਂ ਸੀ, ਤੇ ਹਿਸਾਬ ਤੁਸੀਂ ਅੱਗੇ ਲਾ ਲਓ 1314 ਜਿਹੜੇ ਉਮੀਦਵਾਰ ਸੀ ਤੇ 93 ਔਰਤਾਂ ਸੀ, ਤੇ 93 ਔਰਤਾਂ ਜੇ 12 ਚਲੀਆਂ ਤੇ ਕਿੰਨੇ % ਹੋ? ਬਿਲਕੁਲ ਜੀ। ਅਸੀਂ ਚਾਹੁੰਦੇ ਹਾਂ ਵੀ ਜਿਸ ਤਰੀਕੇ ਨਾਲ ਪੰਜਾਬ ਪੰਚਾਇਤਾਂ 'ਚ ਕੀਤਾ ਵਾ, ਕਾਰਪੋਰੇਸ਼ਨ 'ਚ ਕੀਤਾ, ਤੁਸੀਂ ਉੱਦਾਂ ਕਿਉਂ ਨਹੀਂ ਵਿਧਾਨ ਸਭਾ ਤੇ ਲੋਕ ਸਭਾ 'ਚ ਕਰ? ਬਰਾਬਰ ਦੇ ਅਧਿਕਾਰ ਔਰਤਾਂ ਨੂੰ ਕਿਉਂ ਨਹੀਂ ਦਿੰਦੇ ਤੁਸੀਂ? ਬਿਲਕੁਲ ਜੀ। ਉਹ ਮਿਲਣੇ ਚਾਹੀਦੇ ਨਾ ਔਰਤਾਂ ਨੂੰ। ਔਰਤਾਂ ਬੜੀਆਂ ਇੰਟੈਲੀਜੈਂਟ ਬੈਠੀਆਂ ਸਾਡੇ ਕੋਲ, ਜਿਹੜੀਆਂ ਮਰਦਾਂ ਤੋਂ ਵੱਧ ਕੰਮ ਕਰ ਸਕਦੀਆਂ। ਵੇਖੋ, ਘਰ ਦੇ ਵਿੱਚ 10 ਜੀ ਹੈਗੇ, 1 ਔਰਤ ਆ, 9 ਬਿਮਾਰ ਹੋ ਜਾਣ ਤੇ ਔਰਤ ਕੱਲੀ ਸੰਭਾਲ ਲੈਂਦੀ ਜੀ। ਤੇ ਜੇ ਇੱਕ ਔਰਤ ਬਿਮਾਰ ਹੋ ਜਾਏ ਤੇ ਘਰ ਦੇ ਵਿੱਚ ਮਾਂ ਪਾਤ ਛਿੜੀ ਹੋਏ, ਖੰਡ ਕਿੱਥੇ ਪਈ ਹੋਏ, ਚਾਹ ਪਤੀ ਕਿੱਥੇ ਪਈ, ਮੈਨੂੰ ਨਹੀਂ ਪਤਾ, ਮੰਮੀ ਨੂੰ ਪੁੱਛ, ਕੋਈ ਗੱਲ ਕਰਦਾ, ਉਹ ਔਰਤ ਵਿਚਾਰੀ ਫਿਰ ਉੱਥੇ ਬਿਮਾਰ ਹੀ ਉੱਠਦੀ, ਦਵਾਈ ਵੀ ਖਾ ਕੇ ਚਲੋ ਪਰਸੋਂ ਮੈਂ ਕੱਪੀ ਕੰਮ ਕਰਦੀ ਜੀ। ਮਰਦ ਨਾਲੋਂ ਔਰਤ ਦੀ ਤੁਸੀਂ ਪੂਰੀ ਹਿਸਾਬ ਤੱਕ ਲਾ ਲਓ ਜ਼ਿਆਦਾ ਕੰਮ ਕਰ ਜੀ। ਇਸ ਕਰਕੇ ਮੇਰਾ ਕਹਿਣ ਤੋਂ ਭਾਵ ਹੈ ਕਿ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਨਹੀਂ ਮਿਲੇ, ਪਰ ਇਹ ਵੀ ਇੱਕ ਚੰਗੀ ਗੱਲ ਹੈ ਕਿ ਐਤਕੀ ਔਰਤਾਂ ਦੀ ਗਿਣਤੀ ਅੱਗੇ ਤੋਂ ਵਧੀ, ਅੱਗੇ 7 ਸੀ ਤੇ ਐਤਕੀ 12 ਹੋ ਗਈਆਂ ਨੇ, ਉਹ ਵੀ 11। ਇਸ ਗੱਲ ਤੇ ਵਧਾਈ ਦੀ ਪਾਤਰ ਆਮ ਆਦਮੀ ਪਾਰਟੀ ਜਿਹੜੀ ਹੈ, 11 ਔਰਤਾਂ ਸਿਰਫ ਆਮ ਆਦਮੀ ਪਾਰਟੀ ਦੀਆਂ ਨੇ, 1 ਕਾਂਗਰਸ ਦੀ ਹੈ ਜੀ। ਬਿਲਕੁਲ। ਇੱਕ ਕਾਂਗਰਸ ਦੀ ਕਾਂਗਰਸ ਦੀ ਹੈਗੀ ਹੈ ਜੀ ਜੀ। 10 ਔਰਤਾਂ ਨੇ ਉਹ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ। ਬਿਲਕੁਲ। ਪੱਟੀ ਸਾਹਿਬ, ਆਪ ਆਗੂ ਅਮਨ ਅਰੋੜਾ ਬਣ ਸਕਦੇ ਨੇ ਕਹਿੰਦੇ ਡਿਪਟੀ ਮੁੱਖ ਮੰਤਰੀ, ਹਰਪਾਲ ਚੀਮਾ ਵੀ ਕਤਾਰ ਵਿੱਚ ਨੇ, ਕੀ ਕਨਸੋਆਂ ਨੇ? ਵੇਖੋ ਜੀ, ਦੋਵਾਂ ਨੂੰ ਬਣਾ ਦੇਣਗੇ, ਕੀ ਫਰਕ ਹੈ? ਉੱਥੇ ਕਿਹੜੀ ਤਨਖਾਹ ਵਧਣੀ ਹੈ ਜੀ। ਇੱਕ ਬੋਲ ਹੀ ਬਾਹਰ ਲੱਗਣਾ ਵੀ ਡਿਪਟੀ ਮੁੱਖ ਮੰਤਰੀ ਨੇ ਜਿਵੇਂ ਕੋ ਬਣਾਏ ਸੀ, 2 ਬਣਾਏ ਸੀ, ਕਾਂਗਰਸ ਨੇ ਬਣਾਏ ਸੀ, ਇੱਕ ਬਣਾਏ ਸੀ ਓਪੀ ਸੋਨੀ ਬਣਾਏ ਸੀ, ਇੱਕ ਸੁਰਿੰਦਰ ਨਾਮ ਬਣਾਏ ਸੀ ਜੀ ਜੀ। ਝਾਰਖੰਡ ਦੇ ਵਿੱਚ ਇੱਕ ਵਾਰੀ ਇਸੇ ਗੱਲ ਨੂੰ ਲੈ ਕੇ ਪੰਗਾ ਪੈ ਗਿਆ ਤੇ 4 ਡਿਪਟੀ ਮੁੱਖ ਮੰਤਰੀ ਬਣਾਤੇ ਸੀਗੇ ਜੀ। ਉਹ ਕਹਿੰਦੇ ਨਾ ਤਾਂ ਕੋਈ ਤਨਖਾਹ ਵਧਣੀ ਹੈ, ਨਾ ਕੋਈ ਅਹੁਦਾ ਵਧਣਾ, ਕੁਛ ਨਹੀਂ ਹੋਣਾ, ਤੇ ਬਾਹਰ ਬੋਰਡ ਲੱਗ ਜਾਣਾ ਡਿਪਟੀ ਮੁੱਖ ਮੰਤਰੀ ਪਾਸੇ ਕੁਛ ਨਹੀਂ ਲੱਗਣਾ ਜੀ। ਬੀਬੀ ਭੱਠਲ ਵੀ ਬਣੀ ਸੀ ਡਿਪਟੀ ਮੁੱਖ ਮੰਤਰੀ ਜੀ। ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਰਹੇ, ਲੇਕਿਨ ਉਹ ਸੁਪਰ ਮੁੱਖ ਮੰਤਰੀ ਰਹੇ ਨੇ ਜੀ। ਬਿਲਕੁਲ। ਜਿਹਦਾ ਖਮਿਆਜਾ ਭੁਗਤਣਾ ਪੈ ਰਿਹਾ ਉਹਨਾਂ ਨੂੰ। ਇਸ ਕਰਕੇ ਜਿਹੜਾ ਵਾ ਉਹ ਪੋਸੀਬਿਲਿਟੀ ਆ ਕਿ ਜਿਹੜਾ ਇੱਕ ਬੜਾ ਸੁਲਝਿਆ ਹੋਇਆ ਵਿਅਕਤੀ ਆ ਅਮਨ ਅਰੋੜਾ ਜੀ, ਉਹਦੇ ਤੁਸੀਂ ਕਿਤੇ ਬਿਆਨ ਪੜ੍ਹੋ ਜਾਂ ਉਹਦੀ ਗੱਲ ਸੁਣੋ, ਉਹ ਬੜੀ ਸੁਚੱਜੀ ਤੇ ਬੜੇ ਤਰੀਕੇ ਨਾਲ ਗੱਲ ਕਰਦਾ, ਤੇ ਹਾਲੇ ਤੱਕ ਦਾਗ ਵੀ ਉੱਤੇ ਕੋਈ ਨਹੀਂ ਹੈਗਾ ਜੀ। ਹਰਪਾਲ ਸਿੰਘ ਚੀਮਾ ਵੀ ਇਮਾਨਦਾਰੀ ਦੇ ਵਿੱਚ ਰਹੇ ਨੇ, ਠੀਕ ਰਹੇ ਨੇ, ਉਹ ਵੀ ਡਿਜ਼ਰਵ ਕਰਦੇ ਨੇ, ਕਿਉਂਕਿ ਉਹਨਾਂ ਨੇ LOP ਰਹੇ ਨੇ ਬਕਾਇਦਾ ਤੌਰ ਤੇ ਆਪਣੇ ਪਾਰਟੀ ਦੇ, ਉਹਨਾਂ ਵੀ ਕੰਮ ਕੀਤਾ ਵਾ। ਲੇਕਿਨ ਫਿਰ ਵੀ ਆ ਅੱਜ ਮੈਂ ਇੱਕ ਗੱਲ ਕਹੂੰਗਾ ਕਿ ਸੁਖਪਾਲ ਸਿੰਘ ਖਹਿਰੇ ਦਾ ਜਿਹੜਾ ਜਾਣਾ ਨਾ ਵਿਧਾਨ ਸਭਾ ਦੇ ਵਿੱਚ ਜੀ, ਉਹਨੂੰ ਵੀ ਤੇਰੀ ਲੋੜ ਨਹੀਂ, ਕੱਲਾ ਹੀ ਕਾਫੀ। ਬਿਲਕੁਲ ਜੀ, ਕੱਲਾ ਹੀ ਇੰਨਾ ਕੁ ਰੌਲਾ ਮੁੱਦਿਆਂ ਦੇ ਹਿਸਾਬ ਨਾਲ ਪਾਸ, ਇਹ ਮੁੱਦਾ ਜੀ, ਇਹ ਮੁੱਦਾ, ਭਾਵੇਂ ਬਾਅਦ ਦੇ ਵਿੱਚ ਜੇਲ੍ਹ ਭੁਗਤਣੀ ਪਏ ਵਿਚਾਰੇ ਨੂੰ, ਅਜੇ ਵੀ ਉਹ ਬੋਲੂਗਾ। ਸਾਨੂੰ ਇਹ ਖੁਸ਼ੀ ਆਤੀ ਸੁਖਪਾਲ ਸਿੰਘ ਖਹਿਰਾ ਜਿੱਤ ਕੇ ਵਿਧਾਨ ਸਭਾ ਚਲੇ ਗਿਆ, ਉਹ ਆਪਣੀ ਭੂਮਿਕਾ ਪੂਰੀ ਨਿਭਾਏਗਾ ਜੀ। ਬਿਲਕੁਲ ਜੀ। ਰਾਣਾ ਗੁਰਜੀਤ ਸਿੰਘ ਦੀਆਂ ਕਹਿੰਦੇ ਮੁਸ਼ਕਲਾਂ ਵੱਧ ਗਈਆਂ ਨੇ, ਮੰਜੂ ਰਾਣਾ ਨੇ ਪਟੀਸ਼ਨ ਦਾਇਰ ਕਰਤੀ ਹੈ। ਜਿਹੜੀ ਮੰਜੂ ਰਾਣਾ ਉੱਥੋਂ ਆਪ ਦੀ ਉਮੀਦਵਾਰ ਸੀ ਜੀ,
ਇਹਨੇ ਨਵੰਬਰ ਦੇ ਵਿੱਚ ਉੱਤੇ ਕੋਈ ਭੱਦੀ ਟਿੱਪਣੀ ਕੀਤੀ ਤੇ ਉਹਨੇ ਬਕਾਇਦਾ ਤੌਰ ਤੇ ਉਹਦੇ ਪੱਤਰ ਜਿਹੜੇ ਸੀ ਮੁੱਖ ਮੰਤਰੀ ਨੂੰ ਲਿਖੇ, ਡਿਸਟ੍ਰਿਕਟ ਐਸਐਸਪੀ ਨੂੰ ਲਿਖੇ, ਜੀ ਸਾਰਿਆਂ ਨੂੰ ਪੱਤਰ ਲਿਖੇ, ਕੋਈ ਕਾਰਵਾਈ ਨਹੀਂ ਹੋਈ। ਉਹ ਫਿਰ ਹਾਈ ਕੋਰਟ ਚਲੀ ਗਈ ਕਿਉਂਕਿ ਉਹ ਬੇਸਿਕਲੀ ਆਪ ਜਿਹੜੀ ਬੀਬੀ ਮੰਜੂ ਰਾਣਾ ਵਾ ਐਡੀਸ਼ਨਲ ਸੈਸ਼ਨ ਜੱਜ ਰਿਟਾਇਰ ਹੋਈ ਆ, ਉਹਦੇ ਕਰਕੇ ਉਹਨੂੰ ਜਾਣਕਾਰੀ ਸੀ ਵੀ ਕਿਵੇਂ ਜਾਣਾ। ਤੇ ਹਾਈ ਕੋਰਟ ਨੇ ਫਿਰ ਸੁਣਨ ਤੋਂ ਬਾਅਦ ਉਹਦੇ ਬਕਾਇਦਾ ਤੌਰ ਤੇ ਹਾਈ ਕੋਰਟ ਨੇ ਇੱਕ ਨਿਰਦੇਸ਼ ਦਿੱਤੇ ਐਸਐਸਪੀ ਕਪੂਰਥਲਾ ਦੀ ਇਮੀਡੀਏਟਲੀ ਤੇ ਕਾਰਵਾਈ ਕੀਤੀ ਜਾਵੇ। ਜੇ ਤੇ ਕਾਂਗਰਸੀ ਸਰਕਾਰ ਬਣ ਜਾਂਦੀ ਤੇ ਫਿਰ ਕਾਰਵਾਈ ਨਹੀਂ ਸੀ ਹੋਣੀ। ਜੀ ਹੁਣ ਬਣ ਗਈ ਆਪ ਦੀ ਸਰਕਾਰ। ਹੁਣ ਉਹਨੂੰ ਕਿਵੇਂ ਡੀਲ ਕਰਦੇ ਆ, ਮੁਸ਼ਕਲਾਂ ਜਿਹੜੀਆਂ ਉਹ ਵੱਧ ਸਕਦੀਆਂ ਨੇ ਰਾਣਾ ਸਾਹਿਬ ਦੀਆਂ। ਮੁਸ਼ਕਲਾਂ ਇੱਥੇ ਤੱਕ ਵੱਧ ਸਕਦੀਆਂ ਵੀ ਪਰਚਾ ਵੀ ਦਰਜ ਹੋ ਸਕਦਾ, ਸਜ਼ਾ ਵੀ ਹੋ ਸਕਦੀ ਹੈ ਜੇ ਆਪ ਦੀ ਸਰਕਾਰ ਬਣੀ ਹੈ। ਪਹਿਲਾਂ ਤੇ ਉਹ ਬੈਠੇ ਜੀ ਲੈ ਕੇ ਕੱਲ ਤੱਕ ਤੇ ਜਿਹੜੇ ਐਸਐਸਪੀ ਲੈ ਕੇ ਬੈਠੇ ਸੀ ਕੀ ਕਰੀਏ, ਇਨਕੁਆਇਰੀ ਕਰ ਲੈਂਦੇ ਆ ਜੀ, ਫਲਾਣ ਕਰ ਲੈਂਦੇ ਆ, ਠੀਕ ਹੈ। ਹੁਣ ਉਹ ਸਭ ਕੁਝ ਕਰਨਾ ਪਊਗਾ ਜੀ ਬਿਲਕੁਲ। ਤੇ ਜੇ ਕਿਤੇ ਗ੍ਰਹਿ ਮੰਤਰੀ ਸਾਡੇ ਕੁਮਾਰ ਵਿਜੇ ਪੱਤਰਾ ਬਣ ਗਏ ਤੇ ਫਿਰ ਇੱਕ ਦੀ ਕਈਆਂ ਹੋਰਾਂ ਦੀਆਂ ਪੇਸ਼ੀਆਂ ਹੋਣਗੀਆਂ। ਇਹ ਵੀ ਜਾਣਕਾਰੀ ਮਿਲੀ ਆ ਕਿ ਬਿਕਰਮ ਸਿੰਘ ਮਜੀਠੀਏ ਬਾਰੇ ਸਿੱਟ ਨੇ ਫਿਰ ਜ਼ੋਰ ਫੜ ਲਿਆ ਜੀ, ਕਿਉਂਕਿ ਇਹ ਆਮ ਆਦਮੀ ਪਾਰਟੀ ਵਾਲੇ ਪਿਛਲੀਆਂ ਸਾਰੀਆਂ ਜਿਹੜੀਆਂ ਨਾ ਇਹਨਾਂ ਬਦਲੇ ਵੀ ਲੈਣਗੇ, ਸਭ ਕੁਛ ਕਰਨਗੇ। ਕਿਉਂਕਿ ਜਿਹੜਾ ਬਕਾਇਦਾ ਤੌਰ ਤੇ ਹੈਗਾ ਸੀ ਨਾ ਕੁਮਾਰ ਵਿਜੇ ਪ੍ਰਤਾਪ, ਉਹਨੇ ਅਸਤੀਫਾ ਸਿਰਫ ਬਿਕਰਮ ਕਰਕੇ ਦਿੱਤਾ ਸੀ ਜੀ। ਇਸ ਕਰਕੇ ਬਿਕਰਮ ਅੰਦਰ ਆ, ਜੇ ਉਹ ਗ੍ਰਹਿ ਮੰਤਰੀ ਬਣ ਗਿਆ ਤੇ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ। ਉਹਨੂੰ ਹਾਈ ਕੋਰਟ ਤੋਂ ਬੇਲ ਮਿਲਦੀ ਹੈ ਜਾਂ ਨਹੀਂ ਮਿਲਦੀ ਉਹ ਬਾਅਦ ਦੀ ਗੱਲ ਆ ਜੀ। ਤੇ ਇਸ ਕਰਕੇ ਮੈਂ ਸੋਚਦਾ ਕਿ ਜੋ ਹੋ ਰਿਹਾ ਠੀਕ ਹੋ ਰਿਹਾ। ਵੇਖੋ ਆਉਣ ਵਾਲੇ ਸਮੇਂ 'ਚ ਕੀ ਹੁੰਦਾ, ਇੱਥੇ ਕਿਆ ਸਿੰਘ ਲਾ ਸਕਦੇ ਹਾਂ। ਬਿਲਕੁਲ ਜੀ। ਪੱਟੀ ਸਾਹਿਬ, ਅੱਜ ਦੀਆਂ ਚਰਚਿਤ ਖਬਰਾਂ ਤੇ ਤੁਹਾਡੀ ਟਿੱਕਾ ਟਿੱਪਣੀ ਲਈ ਰੇਡੀਓ ਪੰਜਾਬ ਟੂਡੇ ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਸ਼ੁਕਰੀਆ। ਦੋਸਤੋ, ਇਹ ਸਨ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਜੀ ਪੱਟੀ। ਤੇ ਵੇਲਾ ਹੋ ਰਿਹਾ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਹਾਡੇ ਰੂਬਰੂ ਕਰਾਂਗੇ